ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ। ਮਾਲੀ ਗੌੜਾ ਰਾਗ ਦਾ ਨਾਮ ਹੈ। ਇਹ ਪਾਵਨ ਸ਼ਬਦ ਮਾਲੀ ਗੌੜਾ ਰਾਗ ਦੇ ਅੰਦਰ ਭਗਤ ਨਾਮਦੇਵ ਜੀ ਦੀ ਪਾਵਨ ਰਚਨਾ ਤੋਂ ਉਚਾਰਨ ਕੀਤੇ ਗਏ। ਧੰਨ ਗੁਰੂ ਅਰਜਨ ਦੇਵ ਜੀ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 988 ਅੰਗ ਤੇ ਦਰਜ ਕੀਤੇ ਹਨ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਸਤੂ ਨਿਰਦੇਸ਼ਕ ਮੰਗਲ ਧੰਨ ਗੁਰੂ ਅਰਜਨ ਦੇਵ ਜੀ ਦੁਆਰਾ ਦਰਜ ਕੀਤਾ ਹੋਇਆ ਪਾਵਨ ਸ਼ਬਦ ਤੋਂ ਪਹਿਲਾਂ ਇੱਕ ਅਦੁੱਤੀ ਬ੍ਰਹਮ ਓੰਕਾਰ ਸਭ ਕਾ ਪ੍ਰਕਾਸ਼ਕ ਸਤ ਚਿਤ ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਸ ਅਦੁੱਤੀ ਬ੍ਰਹਮ ਦੀ ਪ੍ਰਾਪਤੀ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਹੁੰਦੀ ਹੈ। ਇੱਕ ਓੰਕਾਰ ਉਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ। ਜਦੋਂ ਅਸੀਂ ਮਨ ਭਾਵਨਾ ਸ਼ਰਧਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਇਸ ਪਾਵਨ ਮੰਤਰ ਨੂੰ ਉਚਾਰਦੇ ਹਾਂ, ਗੁਰੂ ਕਿਰਪਾ ਕਰਦਾ ਸਾਡੀ ਇਸ ਸੰਸਾਰ ਦੇ ਅੰਦਰ ਵਿਕਾਰਾਂ ਪਰਿਆਈਆਂ ਤੋਂ ਰੱਖਿਆ ਕਰਦਾ ਹੈ, ਪਰਲੋਕ ਦੇ ਵਿੱਚ ਜਮਾਂ ਤੋਂ ਰੱਖਿਆ ਕਰਦਾ ਹੈ। ਜਿਨ੍ਹਾਂ ਦੇ ਅੰਦਰ ਜਗਿਆਸਾ ਹੈ, ਜੋ ਜਗਿਆਸੂ ਨੇ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੇ ਚਾਹਵਾਨ ਨੇ, ਸਤਿਗੁਰ ਪ੍ਰਸਾਦ ਸੱਚੇ ਸਤਿਗੁਰ ਦੀ ਰਹਿਮਤ ਕਿਰਪਾ ਦਾ ਪਾਤਰ ਬਣ ਕੇ ਉਸ ਅਦੁੱਤੀ ਬ੍ਰਹਮ ਦਾ ਸਰੂਪ ਹੋ ਜਾਇਆ ਕਰਦੇ ਨੇ, ਉਸ ਨੂੰ ਪ੍ਰਾਪਤ ਕਰ ਲਿਆ ਕਰਦੇ ਹਨ ਜੀ। ਧੰਨ ਧੰਨ ਓ ਰਾਮ ਬਿਨ ਬਾਜੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤਾਂ ਦੀ ਬਾਣੀ ਦਰਜ ਹੈ ਤੇ ਜਿਤਨੇ ਵੀ ਭਗਤ ਹੋਏ ਨੇ ਇਹਨਾਂ ਨੇ ਸਮੇਂ ਦੇ ਅਨੁਸਾਰ ਸਮਾਜ ਦੇ ਵਿੱਚ ਬੜਾ ਸੁਧਾਰ ਕੀਤਾ। ਸਾਨੂੰ ਲੋਕਾਈ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਿਆ, ਉਸ ਦੀ ਬੰਦਗੀ ਦੇ ਸਾਨੂੰ ਉਪਾਸਕ ਬਣਾਇਆ, ਸਾਨੂੰ ਪ੍ਰੇਰਨਾ ਦੇ ਕੇ ਉਸ ਪਰਮਾਤਮਾ ਦਾ ਨਾਮ ਜਪਣ ਵਾਸਤੇ ਲਾਇਆ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸਨ। ਇੱਕ ਅਦੁੱਤੀ ਬ੍ਰਹਮ ਦੇ ਉਪਾਸਕ ਸਨ। ਉਸ ਸਮੇਂ ਦੇ ਜੋ ਧਾਰਮਿਕ ਆਗੂ ਸਨ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ। ਕੁਝ ਬ੍ਰਾਹਮਣਾਂ ਨੇ ਇਕੱਠੇ ਹੋ ਕੇ ਭਗਤ ਨਾਮਦੇਵ ਜੀ ਨੂੰ ਆਣ ਕੇ ਆਪ ਦੇ ਵੱਲੋਂ ਸਮਝਾਉਣ ਦਾ ਯਤਨ ਕੀਤਾ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਇੱਕ ਮੂਰਖ ਦਾ ਇਕੱਠ ਇਕੱਲੇ ਸੂਝਵਾਨ ਨੂੰ ਜਾ ਕੇ ਸਮਝਾਉਣ ਦਾ ਯਤਨ ਕਰਦਾ ਹੈ। ਜਿਵੇਂ ਇੱਕ ਬੜੀ ਸੁੰਦਰ ਕਵਿਤਾ ਲਿਖੀ ਹੈ ਗੁਰਮੁਖ ਪਿਆਰੇ ਦੀ। ਇਹ ਲਿਖਦਾ, ਇਕੱਠੇ ਹੋ ਟਟਿਆਣਿਆ ਯਤਨ ਕੀਤਾ, ਚਲੋ ਚੰਦ ਨੂੰ ਯਾਦ ਹੋ ਆਈਏ। ਟਟਿਆਣਾ ਇੱਕ ਨਿੱਕਾ ਜਿਹਾ ਜੀਵ ਹੈ ਤੇ 5-10 ਇਕੱਠੇ ਹੋ ਗਏ। ਉਹਨਾਂ ਦੇ ਵਿੱਚੋਂ ਪ੍ਰਕਾਸ਼ ਚਮਕ ਨਿਕਲਦੀ ਉੱਡਣ ਦੇ ਨਾਲ ਉਹਨਾਂ ਨੇ ਯਤਨ ਕੀਤਾ ਵੀ ਚਲੋ ਆਪਾਂ ਹੁਣ ਚੰਦ ਨੂੰ ਲੁਕੋ ਦਿੰਦੇ ਹਾਂ। ਇਹਦੀ ਲੋੜ ਹੀ ਨਹੀਂ, ਜਦੋਂ ਅਸੀਂ ਹੈਗੇ ਹਾਂ ਧਰਤੀ ਤੇ ਅਸੀਂ ਹੀ ਇਹਦੀ ਜਗ੍ਹਾ ਤੇ ਚਾਨਣ ਕਰ ਦਿਆ ਕਰਾਂਗੇ। ਪਰ ਇਸ ਤਰ੍ਹਾਂ ਹੋ ਨਹੀਂ ਸਕਦਾ। ਉਸੇ ਤਰ੍ਹਾਂ ਭਗਤ ਨਾਮਦੇਵ ਜੀ ਦੇ ਪਾਸ ਆਣ ਕੇ ਇਹਨੂੰ ਆਪ ਦੇ ਵੱਲੋਂ ਆਖਦੇ ਨੇ ਕਿ ਤੁਸੀਂ ਕ੍ਰਿਸ਼ਨ ਭਗਵਾਨ ਦੀ ਬੰਦਗੀ ਕਰਿਆ ਕਰੋ। ਤੁਸੀਂ ਰਾਧੇ ਕ੍ਰਿਸ਼ਨ ਜਾਂ ਹਰੇ ਕ੍ਰਿਸ਼ਨ ਇਸ ਤਰ੍ਹਾਂ ਬੰਦਗੀ ਕਰਿਆ ਕਰੋ। ਉਸ ਵਕਤ ਭਗਤ ਨਾਮਦੇਵ ਜੀ ਨੇ ਇਹਨਾਂ ਸਾਰਿਆਂ ਨੂੰ ਅੱਗੋਂ ਇਹ ਪਾਵਨ ਸ਼ਬਦ ਦੇ ਨਾਲ ਮੋੜਵਾਂ ਜਵਾਬ ਦਿੱਤਾ ਕਿ ਜਦੋਂ ਕੋਈ
ਰਾਹਗੀਰ ਤੁਰਿਆ ਜਾਂਦਾ ਹੈ, ਉਹਨੂੰ ਰਸਤੇ ਦਾ ਨਹੀਂ ਪਤਾ ਹੁੰਦਾ ਤੇ ਉਹ ਕਿਸੇ ਸੂਝਵਾਨ ਤੋਂ ਰਸਤਾ ਪੁੱਛਦਾ ਹੈ। ਜਿਹੜਾ ਰਸਤਾ ਦੱਸਣ ਵਾਲਾ ਹੁੰਦਾ ਹੈ ਉਹ ਨਾਲ ਨਹੀਂ ਤੁਰਦਾ, ਕੇਵਲ ਰਸਤਾ ਦੱਸਿਆ ਕਰਦਾ ਹੈ। ਜਿਹੜਾ ਰਸਤਾ ਦੱਸਣ ਵਾਲਾ ਹੈ ਉਹ ਰਸਤਾ ਦੱਸਿਆ ਕਰਦਾ ਹੈ, ਕਦੇ ਨਾਲ ਨਹੀਂ ਤੁਰਿਆ ਕਰਦਾ। ਉਹਨੇ ਰਸਤਾ ਦੱਸ ਦਿੱਤਾ ਹੈ, ਤੁਰ ਕੇ ਉਸ ਰਸਤੇ ਤੇ ਦੱਸੇ ਹੋਏ ਰਸਤੇ ਤੇ ਤੁਰ ਕੇ ਤੇ ਅਸੀਂ ਮੰਜ਼ਿਲ ਤੇ ਪਹੁੰਚਣਾ ਹੈ। ਇਸੇ ਤਰ੍ਹਾਂ ਸਮੇਂ ਦੇ ਵਿੱਚ ਜਿਹੜੇ ਅਵਤਾਰ ਆਏ ਨੇ ਉਹਨਾਂ ਨੇ ਲੋਕਾਈ ਨੂੰ ਰਸਤਾ ਦੱਸਿਆ ਹੈ। ਉਹਨਾਂ ਦੇ ਦੱਸੇ ਹੋਏ ਰਸਤੇ ਤੇ ਤੁਰ ਕੇ ਤੇ ਅਸੀਂ ਮੰਜ਼ਿਲ ਤੇ ਪਹੁੰਚਣਾ ਹੈ, ਨਾ ਕਿ ਉਹਨਾਂ ਨੂੰ ਨਾਲ ਤੋੜ ਕੇ ਅਸੀਂ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਕਦੇ ਰਸਤਾ ਦੱਸਣ ਵਾਲਾ ਨਾਲ ਨਹੀਂ ਤੁਰਿਆ ਕਰਦਾ, ਕੇਵਲ ਰਸਤਾ ਦੱਸਿਆ ਕਰਦਾ ਹੈ। ਸੋ ਭਗਤ ਨਾਮਦੇਵ ਜੀ ਨੇ ਫਿਰ ਇਹਨਾਂ ਨੂੰ ਸਮਝਾਇਆ ਵੀ ਜਿਹੜਾ ਸਮਾਂ ਕ੍ਰਿਸ਼ਨ ਭਗਵਾਨ ਦਾ ਸੀ, ਉਦੋਂ ਉਹ ਆਏ ਸਨ, ਉਹ ਵਿਸ਼ਨੂੰ ਦੇ ਅਵਤਾਰ ਸਨ। 10 ਅਵਤਾਰਾਂ ਵਿੱਚੋਂ ਇੱਕ ਅਵਤਾਰ ਹੈ ਕ੍ਰਿਸ਼ਨ ਭਗਵਾਨ ਵਿਸ਼ਨੂੰ ਦਾ ਅਵਤਾਰ ਹੋਇਆ ਹੈ। ਉਹਨਾਂ ਨੇ ਆਪ ਦੇ ਸਮੇਂ ਦੇ ਵਿੱਚ ਲੋਕਾਈ ਨੂੰ ਪ੍ਰੇਰਨਾ ਦਿੱਤੀ, ਸਮਝਾਇਆ, ਬੜਾ ਚੰਗਾ ਕੀਤਾ। ਪਰ ਇਹ ਨਹੀਂ ਵੀ ਅੱਜ ਅਸੀਂ ਰਾਧੇ ਕ੍ਰਿਸ਼ਨ ਆਖੀਏ ਜਾਂ ਹਰੇ ਕ੍ਰਿਸ਼ਨ ਆਖੀਏ ਤੇ ਸਾਡਾ ਭਲਾ ਹੋਏਗਾ। ਨਹੀਂ, ਸਾਡਾ ਭਲਾ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪਣ ਦੇ ਨਾਲ ਹੋਏਗਾ, ਵਾਹਿਗੁਰੂ ਆਖਣ ਦੇ ਨਾਲ, ਸਿਮਰਨ ਕਰਨ ਦੇ ਨਾਲ ਹੋਏਗਾ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਨੇ ਕਿਤੇ ਵੀ ਇਹ ਨਹੀਂ ਦਰਜ ਕੀਤਾ ਵੀ ਮੈਨੂੰ ਨਾਨਕ ਨਾਨਕ ਆਖੋ ਤੇ ਤੁਹਾਡਾ ਬੇੜਾ ਪਾਰ ਹੋਏਗਾ। ਗੁਰੂ ਮਹਾਰਾਜ ਜੀ ਜਿੱਥੇ ਵੀ ਜਾਇਆ ਕਰਦੇ ਸਨ ਨਾ, ਉੱਥੇ ਧਰਮਸਾਲ ਤਿਆਰ ਕਰਵਾ ਕੇ ਤੇ ਇੱਕ ਗੁਰਮੁਖ ਪਿਆਰੇ ਦੀ ਉੱਥੇ ਡਿਊਟੀ ਲਾ ਦਿੰਦੇ ਤੇ ਉਹਨਾਂ ਸਾਰਿਆਂ ਨੂੰ ਇਹ ਪ੍ਰੇਰਨਾ ਦਿੰਦੇ ਸਨ ਵੀ ਤੁਸੀਂ 7 ਕਰਤਾਰ ਦਾ ਜਾਪ ਕਰਨਾ ਹੈ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਹੈ। ਵਾਹਿਗੁਰੂ ਦਾ ਜਾਪ ਕੀਤਿਆਂ ਹੀ ਸਾਡਾ ਜੀਵਨ ਜਿਹੜਾ ਇਹ ਸਫਲ ਹੁੰਦਾ ਹੈ। ਇੱਕ ਵਾਰੀ ਕਿਸੇ ਗੁਰਮੁਖ ਪਿਆਰੇ ਨੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਸੁੰਦਰ ਸਰੂਪ ਹੈ ਜਿਹੜਾ ਇਹਦਾ ਚਿੱਤਰ ਬਣਾ ਦਿੱਤਾ ਤੇ ਧੰਨ ਗੁਰੂ ਮਹਾਰਾਜ ਜੀ ਨੇ ਮਨਾ ਕਰ ਦਿੱਤਾ ਸੀ, ਇਸ ਨੂੰ ਵਟੇ ਦਿੱਤਾ ਸੀ ਕਹਿ ਕੇ, ਕਿਉਂਕਿ ਅਸੀਂ ਸ਼ਬਦ ਗੁਰੂ ਦੇ ਨਾਲ ਜੁੜਨਾ, ਗੁਰੂ ਦੀ ਪ੍ਰੇਰਨਾ ਦੇ ਨਾਲ ਜੁੜਨਾ। ਸ਼ਬਦ ਦਾ ਅਰਥ ਹੁੰਦਾ ਉਪਦੇਸ਼। ਜੋ ਗੁਰੂ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਉਸ ਉਪਦੇਸ਼ ਨੂੰ ਜੀਵਨ ਦੇ ਵਿੱਚ ਧਾਰਨ ਕਰਕੇ ਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਗੁਰ ਮੰਤਰ ਦਾ ਜਾਪ ਕਰਕੇ ਤੇ ਅਸੀਂ ਆਪਣਾ ਜਨਮ ਜਿਹੜਾ ਉਹ ਸਫਲਾ ਕਰਨਾ ਹੈ। ਸੋ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਨੇ ਆਪਣੇ ਸਮੇਂ ਦੇ ਇਹਨਾਂ ਬ੍ਰਾਹਮਣਾਂ ਨੂੰ ਜਦੋਂ ਸਮਝਾਇਆ ਤੇ ਉਹ ਪਾਵਨ ਸ਼ਬਦ ਦੇ ਨਾਲ ਭਗਤ ਨਾਮਦੇਵ ਜੀ ਦੱਸਦੇ ਨੇ, ਧੰਨ ਧੰਨ ਓ ਰਾਮ ਬੀਨ ਬਾਜੈ। ਭਗਤ ਨਾਮਦੇਵ ਜੀ ਕਹਿੰਦੇ ਨੇ ਉਹ ਧੰਨ ਬੰਸਰੀ ਹੈ ਤੇ ਧੰਨ ਉਹ ਬੰਸਰੀ ਨੂੰ ਵਜਾਉਣ ਵਾਲਾ ਹੈ ਆਪ ਦੇ ਸਮੇਂ ਦੇ ਵਿੱਚ, ਅੱਜ ਨਹੀਂ। ਜਦੋਂ ਕ੍ਰਿਸ਼ਨ ਭਗਵਾਨ ਦਾ ਸਮਾਂ ਸੀ ਉਦੋਂ ਕ੍ਰਿਸ਼ਨ ਭਗਵਾਨ ਦਾ ਤੇ ਜੋ ਸੀ ਅਵਤਾਰ ਆਏ, ਚੰਗੀ ਗੱਲ ਹੈ, ਅਸੀਂ ਉਸ ਦੀ ਨਿੰਦਿਆ ਨਹੀਂ ਕਰਦੇ। ਤੇ ਉਸਨੇ ਬੜੀ ਸੋਹਣੀ ਬੰਸਰੀ ਵਜਾ ਕੇ ਤੇ ਲੋਕਾਈ ਨੂੰ ਇਸ ਸੰਸਾਰ ਦੇ ਅੰਦਰੋਂ ਤਾਰਨ ਦਾ ਯਤਨ ਕੀਤਾ ਹੈ ਜੀ। ਮਦਰ ਮਦਰ ਤਨ ਆਨਹਤ ਗਾਜੈ। ਤੇ ਉਹ ਬੰਸਰੀ ਦੀ ਜਿਹੜੀ ਧੁਨ ਸੀ ਬੜੀ ਮਧੁਰ ਸੀ। ਮਧੁਰ ਦਾ ਅਰਥ ਹੁੰਦਾ ਮਿਠਾਸ ਵਾਲੀ, ਮਦਰ ਮਦਰ ਧੁਨ, ਇਹ ਬੜੀ ਮਿਠਾਸ ਵਾਲੀ ਧੁਨ ਸੀ। ਅਨਹਤ ਗਾਜੇ, ਇਹਦੇ ਨਾਲ ਹੀ ਜੀਵਨ ਦੇ ਅੰਦਰ ਅਨਹਤ ਸ਼ਬਦ ਦੇ ਨਾਲ ਜਿਹੜਾ ਇਹ ਚੱਲ ਜਾਇਆ ਕਰਦਾ ਸੀ। ਕ੍ਰਿਸ਼ਨ ਭਗਵਾਨ ਜਦੋਂ ਬੰਸਰੀ ਵਜਾਇਆ ਕਰਦੇ ਸਨ ਤੇ ਜੰਗਲ ਦੇ ਜਿਹੜੇ ਪੰਖੇਰੂ ਤੇ ਹੋਰ ਜੀਵ ਸਨ ਇਹ ਸਾਰੇ ਮਸਤ ਹੋ ਜਾਇਆ ਕਰਦੇ ਸਨ। ਇਤਨੇ ਮਿੱਠੇ ਰਸ ਦੇ ਅੰਦਰ ਬੰਸਰੀ ਵਜਾਉਂਦੇ ਸਨ ਤੇ ਇਹਨਾਂ ਦੇ ਦੁਆਰਾ ਵਜਾਈ ਗਈ ਬੰਸਰੀ ਨੂੰ ਸੁਣ ਕੇ ਇਹਨਾਂ ਦੇ ਅੰਦਰ ਅਨਹਦ ਧੁਨ ਪੈਦਾ ਹੋ ਜਾਇਆ ਕਰਦੀ ਸੀ, ਜਿਸ ਦੇ ਨਾਲ ਜੀਵਾਂ ਦਾ ਉਧਾਰ ਹੋ ਜਾਇਆ ਕਰਦਾ ਸੀ, ਭਲਾ ਹੋ ਜਾਇਆ ਕਰਦਾ ਸੀ। ਪਰ ਅੱਜ ਹੁਣ ਕ੍ਰਿਸ਼ਨ ਭਗਵਾਨ ਦੀ ਰੀਸ ਕੋਈ ਨਹੀਂ ਕਰ ਸਕਦਾ, ਉਸ ਤਰ੍ਹਾਂ ਨਾ ਕੋਈ ਬੰਸਰੀ ਵਜਾ ਸਕਦਾ ਤੇ ਨਾ ਹੀ ਕੋਈ ਕਿਸੇ ਦਾ ਉਧਾਰ ਕਰ ਦੇ ਸਕਦਾ ਹੈ। ਉਹ ਸਮਾਂ ਸੀ, ਉਹਨਾਂ ਨੇ ਆਪ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਕੌਤਕ ਚਰਿੱਤਰ ਕਰਕੇ ਲੋਕਾਈ ਦਾ ਭਲਾ ਕੀਤਾ ਹੈ ਜੀ। ਰਹਾਉ ਧੰਨ ਧੰਨ ਮੇਘਾਰੋ ਮਾਵਲੀ। ਅੱਗੇ ਵਿਸ਼ਰਾਮ ਲਾ ਕੇ ਭਗਤ
ਨਾਮਦੇਵ ਜੀ ਦੱਸਦੇ ਨੇ ਧੰਨ ਧੰਨ ਮੇਘਾ ਰੁਮਾਵਲੀ। ਮੇਘਾ ਆਖਦੇ ਨੇ ਭੇਡ ਨੂੰ ਤੇ ਰੁਮਾਵਲੀ ਆਖਦੇ ਨੇ ਜੋ ਭੇਡ ਦੀ ਉੱਨ ਤੋਂ ਤਿਆਰ ਹੋਇਆ ਕੰਬਲ ਕਹਿ ਲਓ, ਲੋਈ ਕਹਿ ਲਓ, ਜੋ ਵੀ ਵਸਤਰ ਭੇਡ ਦੀ ਉੱਨ ਤੋਂ ਤਿਆਰ ਹੁੰਦਾ ਹੈ ਉਹਨੂੰ ਰੁਮਾਵਲੀ ਕਹਿੰਦੇ ਨੇ। ਰੋਮ ਦਾ ਅਰਥ ਹੁੰਦਾ ਵਾਲ, ਰੋਮਾਂ ਤੋਂ ਤਿਆਰ ਹੋਈ ਚੀਜ਼ ਨੂੰ ਰੁਮਾਵਲੀ ਆਖਦੇ ਨੇ। ਨਾਲ ਮੇਘਾ ਸ਼ਬਦ ਆ ਗਿਆ, ਮੇਘਾ ਦਾ ਅਰਥ ਹੈ ਭੇਡ। ਹੁਣ ਭਗਤ ਨਾਮਦੇਵ ਜੀ ਕਹਿੰਦੇ ਨੇ ਭਾਈ ਧੰਨ ਉਹ ਬੰਸਰੀ ਸੀ ਤੇ ਧੰਨ ਉਹ ਬੰਸਰੀ ਨੂੰ ਵਜਾਉਣ ਵਾਲਾ ਸੀ ਜਿਹੜਾ ਬੰਸਰੀ ਨੂੰ ਵਜਾ ਕੇ ਆਪਣੀ ਧੁਨ ਦੇ ਨਾਲ ਸਾਰੇ ਜੀਵਾਂ ਨੂੰ ਮੋਹਿਤ ਕਰਕੇ ਉਹਨਾਂ ਦੇ ਅੰਦਰ ਅਣਹਦ ਧੁਨ ਜਿਹੜੀ ਉਹ ਪੈਦਾ ਕਰਕੇ ਤੇ ਉਹਨਾਂ ਦਾ ਭਲਾ ਕਰਦਿਆ ਕਰਦਾ ਸੀ, ਉਹਨਾਂ ਦਾ ਉਧਾਰ ਹੋ ਜਾਂਦਾ ਸੀ, ਜੀਵਨ ਸਫਲ ਹੋ ਜਾਂਦਾ ਸੀ। ਉਹ ਭੇਡਾਂ ਨੇ ਜਿਹੜੀਆਂ ਉਹ ਵੀ ਧਨਤਾ ਦੇ ਯੋਗ ਨੇ, ਜਿਨ੍ਹਾਂ ਦੀ ਉੱਨ ਤੋਂ ਬਣਾਈ ਹੋਈ ਜਿਹੜੀ ਕੰਬਲੀ ਹੈ ਨਾ ਕ੍ਰਿਸ਼ਨ ਭਗਵਾਨ ਓਢਿਆ ਕਰਦੇ ਸਨ ਜੀ। ਧੰਨ ਧੰਨ ਕ੍ਰਿਸ਼ਨ ਓਢਾ ਕੰਬਲੀ। ਤੇ ਕ੍ਰਿਸ਼ਨ ਭਗਵਾਨ ਵੀ ਧੰਨ ਸੀ ਜਿਹੜਾ ਇਸ ਕੰਬਲੀ ਨੂੰ ਆਪਣੇ ਉੱਪਰ ਓਢਿਆ ਕਰਦਾ ਸੀ। ਉਸ ਪ੍ਰਭੂ ਪਰਮਾਤਮਾ ਨੇ ਡਿਊਟੀ ਲਾਈ, ਅਵਤਾਰ ਹੋਇਆ ਤੇ ਧਨਤਾ ਦੇ ਯੋਗ ਹੋਇਆ ਹੈ ਜੀ। ਧੰਨ ਧੰਨ ਤੂੰ ਮਾਤਾ ਦੇਵਕੀ। ਕ੍ਰਿਸ਼ਨ ਭਗਵਾਨ ਦੀ ਮਾਤਾ ਦਾ ਨਾਮ ਦੇਵਕੀ ਸੀ। ਭਾਈ ਮਾਤਾ ਕ੍ਰਿਸ਼ਨ ਭਗਵਾਨ ਦੀ ਜੋ ਮਾਤਾ ਹੈ ਮਾਤਾ ਦੇਵਕੀ ਜੀ, ਉਹ ਵੀ ਧਨਤਾ ਦੇ ਯੋਗ ਹੈ ਜਿਨ੍ਹਾਂ ਨੇ ਇੱਕ ਅਵਤਾਰ ਨੂੰ ਆਪਣੀ ਗੋਦ ਦੇ ਵਿੱਚ ਖਿਡੌਣਾ ਕੀਤਾ ਹੈ। ਜਹ ਗ੍ਰਹਿ ਰਮਈਆ ਕਵਲਾਪਤੀ। ਉਹ ਮਾਤਾ ਦੇਵਕੀ ਹੈ ਜਿਹੜੀ ਉਹ ਵੀ ਧਨਤਾ ਦੇ ਯੋਗ ਹੈ, ਜਿਸ ਦੇ ਘਰ ਦੇ ਵਿੱਚ ਰਮਈਆ ਕਵਲਾਪਤੀ ਵਿਸ਼ਨੂੰ। ਕਵਲਾਪਤੀ, ਕਵਲਾ ਆਖਦੇ ਨੇ ਮਾਇਆ ਨੂੰ, ਪਤੀ ਦਾ ਅਰਥ ਹੁੰਦਾ ਪਤੀ। ਵਿਸ਼ਨੂੰ ਹੈ ਜਿਹੜਾ ਇਹ ਲక్ష్ਮੀ ਦਾ ਪਤੀ ਹੈ। ਜਿਵੇਂ ਸ਼ਿਵ ਜੀ ਪਾਰਵਤੀ ਦਾ ਪਤੀ ਹੈ, ਇਸੇ ਤਰ੍ਹਾਂ ਵਿਸ਼ਨੂੰ ਹੈ ਜਿਹੜਾ ਇਹ ਲక్ష్ਮੀ ਦਾ ਪਤੀ ਹੈ। ਧੰਨ ਉਹ ਵਿਸ਼ਨੂੰ ਦਾ ਅਵਤਾਰ ਕ੍ਰਿਸ਼ਨ ਭਗਵਾਨ ਹੈ ਜੋ ਮਾਇਆ ਦਾ ਪਤੀ ਹੈ ਤੇ ਮਾਤਾ ਦੇਵਕੀ ਦੇ ਘਰ ਦੇ ਵਿੱਚ ਜੋ ਖੇਡਿਆ ਕਰਦਾ ਸੀ ਜੀ। ਧੰਨ ਧੰਨ ਬਨ ਖੰਡ ਬਿੰਦਰਾਵਨ। ਉਹ ਜਿਹੜਾ ਬਿੰਦਰਾਵਨ ਦਾ ਜੰਗਲ ਹੈ ਜਿੱਥੇ ਗਾਈਆਂ ਚਰਾਇਆ ਕਰਦਾ ਸੀ, ਉਹ ਵੀ ਧਨਤਾ ਦੇ ਯੋਗ ਹੈ। ਧੰਨ ਧੰਨ ਬਨ ਖੰਡ, ਖੰਡ ਦਾ ਅਰਥ ਹੁੰਦਾ ਟੁਕੜਾ, ਬਨ ਦਾ ਅਰਥ ਹੈ ਜੰਗਲ, ਬਿੰਦਰਾਵਨ, ਇਹਨੂੰ ਬਿੰਦਰਾਵਨ ਇਸ ਸਥਾਨ ਦਾ ਨਾਂ ਹੈ। ਉਹ ਜੰਗਲ ਹੈ ਜਿੱਥੇ ਗਾਈਆਂ ਚਾਰਿਆ ਕਰਦੇ ਸਨ, ਉਹ ਵੀ ਧਨਤਾ ਦੇ ਯੋਗ ਹੈ ਜਿਸ ਦਾ ਨਾਮ ਬਿੰਦਰਾਵਨ ਹੈ ਜੀ। ਜਹ ਖੇਲੈ ਸ੍ਰੀ ਨਾਰਾਇਣਾ। ਜਿੱਥੇ ਵਿਸ਼ਨੂੰ ਦਾ ਅਵਤਾਰ ਕ੍ਰਿਸ਼ਨ ਭਗਵਾਨ ਆਪ ਦੇ ਗਵਾਲਿਆਂ ਦੇ ਨਾਲ ਖੇਡਿਆ ਕਰਦਾ ਸੀ, ਉਹ ਵੀ ਧਨਤਾ ਦੇ ਯੋਗ ਹੈ ਜੀ। ਵੇਨ ਵਜਾਵੈ ਗੋਸਨ ਚਰੈ। ਬੰਸਰੀ ਵਜਾਇਆ ਕਰਦਾ ਸੀ ਤੇ ਗਾਈਆਂ ਨੂੰ ਚਾਰਿਆ ਕਰਦਾ ਸੀ। ਬੰਸਰੀ ਦੇ ਨਾਲ ਹੀ ਇਹ ਗਾਈਆਂ ਚਾਰਿਆ ਕਰਦਾ। ਕਹਿੰਦੇ ਨੇ ਇਹ ਬੰਸਰੀ ਵਜਾਉਂਦਾ ਅੱਗੇ ਅੱਗੇ ਤੁਰਿਆ ਜਾਂਦਾ ਤੇ ਇਹਦੀ ਬੰਸਰੀ ਦੀ ਧੁਨ ਬੜੀ ਮਿਠਾਸ ਵਾਲੀ ਸੀ। ਜਿਵੇਂ ਜਿਵੇਂ ਇਹ ਅੱਗੇ ਤੁਰਿਆ ਜਾਂਦਾ ਉਵੇਂ ਉਵੇਂ ਇਹਦੇ ਪਸ਼ੂ ਸਨ ਜਿਹੜੇ ਇਹਦੇ ਪਿੱਛੇ ਤੁਰੇ ਜਾਂਦੇ ਤੇ ਉੱਥੇ ਜਾ ਕੇ ਇਹ ਚਰ ਕੇ ਆਪਣਾ ਪੇਟ ਭਰ ਲਿਆ ਕਰਦੇ। ਇਸ ਤਰ੍ਹਾਂ ਇਹ ਧਨਤਾ ਦੇ ਯੋਗ ਹੈ ਜਿਨਨੇ ਬੰਸਰੀ ਵਜਾ ਕੇ ਆਪਣੀਆਂ ਗਾਈਆਂ ਨੂੰ ਚਾਰਨਾ ਕੀਤਾ ਹੈ ਜੀ। ਨਾਮੇ ਕਾ ਸੁਆਮੀ ਆਨੰਦ ਕਰੈ। ਇਸ ਤੁਕ ਦੇ ਅੰਦਰ ਭਗਤ ਨਾਮਦੇਵ ਜੀ ਕਹਿੰਦੇ ਨੇ ਭਾਈ ਸਾਡਾ ਤਾਂ ਜਿਹੜਾ ਸੁਆਮੀ ਹੈ ਨਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਦੀਵੀ ਯਾਦ ਕਰਦੇ ਹਾਂ ਜੋ ਸਦੀਵੀ ਆਨੰਦ ਦੇ ਵਿੱਚ ਰਹਿੰਦਾ। ਉਹ ਉਦੋਂ ਸਮਾਂ ਸੀ, ਉਦੋਂ ਉਹਨੇ ਆਪਣੇ ਸਮੇਂ ਦੇ ਵਿੱਚ ਆਪਣੇ ਨਾਲ ਦੇ ਜਿਹੜੇ ਉਦੋਂ ਸਨ ਉਹਨਾਂ ਨੂੰ ਆਨੰਦ ਦਿੱਤਾ, ਉਹਨਾਂ ਦਾ ਭਲਾ ਕੀਤਾ, ਉਹਨਾਂ ਦਾ ਆਧਾਰ ਕੀਤਾ ਤੇ ਅੱਜ ਅਸੀਂ ਉਹਦਾ ਨਾਮ ਲੈ ਕੇ ਨਹੀਂ ਕਰ ਸਕਦੇ ਕਿਉਂਕਿ ਉਹ ਇੱਕ ਅਵਤਾਰ ਸੀ। ਉਸਨੇ ਸਾਨੂੰ ਰਾਹ ਦੱਸਿਆ ਹੈ ਤੇ ਅਸੀਂ ਉਸ ਰਸਤੇ ਦੇ ਉੱਤੇ ਤੁਰ ਕੇ ਤੇ ਆਪ ਆਪਣਾ ਭਲਾ ਕਰ ਸਕਦੇ ਹਾਂ। ਮੈਂ ਇੱਕ ਵਾਰੀ ਫਿਰ ਦੱਸਾਂਗਾ, ਜੋ ਵੀ ਧਰਤੀ ਤੇ ਅਵਤਾਰ ਆਉਂਦਾ ਹੈ, ਭਗਤ ਹੋਏ ਨੇ, ਗੁਰਸਿੱਖ ਹੋਏ ਨੇ, ਚੜ੍ਹਦੀ ਕਲਾ ਵਾਲੇ, ਇਹ ਸਾਰੇ ਦੇ ਸਾਰੇ ਕੇਵਲ ਰਸਤਾ ਦੱਸਿਆ ਕਰਦੇ ਨੇ, ਨਾਲ ਨਹੀਂ ਤੁਰਿਆ ਕਰਦੇ। ਅਸੀਂ ਜਦੋਂ ਕਿਤੇ ਜਾਣਾ ਹੈ ਸਾਨੂੰ ਰਸਤੇ ਦਾ ਨਹੀਂ ਪਤਾ
ਤੇ ਕਿਸੇ ਜਾਣਕਾਰ ਤੋਂ ਜਦੋਂ ਅਸੀਂ ਰਸਤਾ ਪੁੱਛਦੇ ਹਾਂ ਤੇ ਕਦੀ ਉਹ ਸਾਡੇ ਨਾਲ ਨਹੀਂ ਤੁਰਦਾ, ਉਹ ਕੇਵਲ ਸਾਨੂੰ ਦੱਸਿਆ ਕਰਦਾ ਵੀ ਤੂੰ ਇਸ ਰਸਤੇ ਜਾਏਗਾ ਤੇ ਤੇਰੇ ਟਿਕਾਣੇ ਤੇ ਪਹੁੰਚ ਜਾਏਗਾ। ਇਸੇ ਤਰ੍ਹਾਂ ਜਿਹੜੇ ਅਵਤਾਰ ਨੇ ਆਪ ਦੇ ਸਮੇਂ ਤੇ ਆਉਂਦੇ ਨੇ, ਆਪ ਦੇ ਸਮੇਂ ਤੇ ਆਣ ਕੇ ਅੱਗੇ ਤੇ ਪਿੱਛੇ ਵਾਲਿਆਂ ਨੂੰ ਸਾਰਿਆਂ ਨੂੰ ਉਹ ਪ੍ਰੇਰਨਾ ਦੇ ਦਿੰਦੇ ਨੇ, ਰਸਤਾ ਦੱਸਦੇ ਨੇ ਵੀ ਤੁਸੀਂ ਇਸ ਰਸਤੇ ਤੇ ਤੁਰੋ, ਇਸ ਰਸਤੇ ਤੇ ਤੁਰ ਕੇ ਤੇ ਤੁਸੀਂ ਮੰਜ਼ਿਲ ਤੇ ਪਹੁੰਚ ਜਾਓਗੇ, ਤੁਹਾਡਾ ਭਲਾ ਹੋ ਜਾਏਗਾ। ਕਦੇ ਸਾਡੇ ਨਾਲ ਨਹੀਂ ਤੁਰਿਆ ਕਰਦੇ। ਭਾਵ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਆਏ ਨੇ, ਆਪ ਨਿਰੰਕਾਰ ਦਾ ਰੂਪ ਸਨ, ਉਹਨਾਂ ਨੇ ਸਾਨੂੰ ਧੰਨ ਗੁਰਬਾਣੀ ਦੇ ਨਾਲ ਜੋੜਿਆ। ਗੁਰਬਾਣੀ ਸਾਨੂੰ ਰਸਤਾ ਵਿਖਾ ਰਹੀ ਹੈ ਤੇ ਰਸਤੇ ਤੇ ਅਸੀਂ ਆਪ ਤੁਰਨਾ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੁਆਰਾ ਦੱਸੇ ਹੋਏ ਰਸਤੇ ਦੇ ਉੱਤੇ ਤੁਰਾਂਗੇ ਤੇ ਮੰਜ਼ਿਲ ਤੇ ਪਹੁੰਚ ਜਾਵਾਂਗੇ, ਜੇ ਨਹੀਂ ਤੁਰਾਂਗੇ ਤੇ ਫਿਰ ਮੰਜ਼ਿਲ ਤੇ ਨਹੀਂ ਪਹੁੰਚਾਂਗੇ। ਫਿਰ ਰਸਤਾ ਦੱਸਣ ਵਾਲੇ ਦਾ ਕਸੂਰ ਨਹੀਂ, ਜਿਹਨੇ ਸਾਨੂੰ ਰਸਤਾ ਦੱਸਿਆ ਉਹਦਾ ਕਸੂਰ ਨਹੀਂ, ਕਸੂਰ ਸਾਡਾ, ਕਿਉਂਕਿ ਉਹਦੇ ਦੱਸੇ ਹੋਏ ਰਸਤੇ ਤੇ ਅਸੀਂ ਨਹੀਂ ਤੁਰੇ। ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਭਗਤ ਕਬੀਰ ਜੀ ਨੇ ਆਪ ਦੇ ਸ਼ਲੋਕਾਂ ਦੇ ਅੰਦਰ ਦਰਜ ਕਰ ਦਿੱਤਾ, ਸਾਚਾ ਸਤਿਗੁਰੂ ਕੀ ਕਰੇ ਜੋ ਸਿੱਖਾਂ ਮੇ ਚੂਕ। ਭਈ ਸੱਚੇ ਸਤਿਗੁਰੂ ਨੇ ਤੇ ਰਸਤਾ ਦੱਸਣਾ ਸੀ, ਦੱਸ ਦਿੱਤਾ। ਜਿਹੜਾ ਗੁਰਸਿੱਖ ਗੁਰੂ ਮਹਾਰਾਜ ਜੀ ਦੁਆਰਾ ਦੱਸੇ ਹੋਏ ਰਸਤੇ ਤੇ ਨਹੀਂ ਤੁਰਦਾ ਤੇ ਫਿਰ ਉੱਥੇ ਸੱਚਾ ਸਤਿਗੁਰੂ ਕੀ ਕਰੇ। ਸੱਚਾ ਸਤਿਗੁਰ ਤਾਂ ਸਾਨੂੰ ਰਸਤਾ ਦੱਸਦਾ ਹੈ, ਰਸਤਾ ਦੱਸ ਕੇ ਰਸਤੇ ਤੇ ਤੋਰਦਾ ਹੈ। ਅੱਗੇ ਤੁਰਨਾ ਅਸੀਂ ਆਪੇ, ਜਿਸ ਦੇ ਨਾਲ ਸਾਡਾ ਭਲਾ ਹੋ ਜਾਵੇ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਨੇ ਨਾਮੇ ਕਾ ਸੁਆਮੀ ਆਨੰਦ ਕਰੇ। ਭਗਤ ਨਾਮਦੇਵ ਜੀ ਕਹਿੰਦੇ ਨੇ ਸਾਡਾ ਜਿਹੜਾ ਮਾਲਕ ਹੈ ਨਾ, ਉਹ ਭਾਈ ਅਕਾਲ ਪੁਰਖ ਵਾਹਿਗੁਰੂ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਸੀਂ ਨਾਮ ਜਪਦੇ ਹਾਂ ਤੇ ਉਸ ਦੀ ਵੀ ਆਨੰਦ ਦੇ ਵਿੱਚ ਰਹਿੰਦਾ ਤੇ ਉਹਦੇ ਨਾਮ ਜਪਿਆ ਹੀ ਅਸੀਂ ਆਨੰਦ ਕਰ ਰਹੇ ਹਾਂ ਜੀ। ਮੇਰੋ ਬਾਪ ਮਾਧੋ ਤੂੰ ਤਨ ਕੇ ਸੋ ਸਾਵਰਿਓ ਬਿਠਲਾਏ। ਅੱਗੇ ਦੂਸਰਾ ਸ਼ਬਦ ਹੈ ਭਗਤ ਨਾਮਦੇਵ ਜੀ ਦੇ, ਇੱਥੇ 3 ਸ਼ਬਦ ਨੇ। ਪਹਿਲਾ ਸ਼ਬਦ ਹੈ ਜਿਸ ਦੀਆਂ ਆਪ ਨੇ ਵਿਚਾਰਾਂ ਸਰਵਣ ਕੀਤੀਆਂ ਨੇ, ਇਹ 4 ਪੌੜੀਆਂ ਦਾ ਹੈ। ਅੱਗੇ 2 ਸ਼ਬਦ ਨੇ, ਉਹ 2-2 ਪੌੜੀਆਂ ਦੇ ਨੇ। ਇਹ ਤਿੰਨੇ ਸ਼ਬਦ ਉਸੇ ਵਕਤ ਭਗਤ ਨਾਮਦੇਵ ਜੀ ਨੇ ਉਚਾਰਨ ਕੀਤੇ ਸਨ। ਪਹਿਲੇ ਸ਼ਬਦ ਦੇ ਨਾਲ ਇਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਵੀ ਕ੍ਰਿਸ਼ਨ ਭਗਵਾਨ ਵੇਖੋ ਧਰਤੀ ਤੇ ਆਏ ਸਨ, ਉਹਨਾਂ ਨੇ ਰਸਤਾ ਦੱਸਿਆ, ਉਹਨਾਂ ਦੁਆਰਾ ਦੱਸੇ ਹੋਏ ਰਸਤੇ ਦੇ ਉੱਤੇ ਤੁਰ ਕੇ ਤੇ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹੋ। ਮੁਕਤੀ ਹੈ ਜਿਹੜੀ ਉਹਦੀ ਤੁਹਾਨੂੰ ਪ੍ਰਾਪਤੀ ਹੋ ਜਾਵੇਗੀ। ਤੇ ਜੇ ਇਕੱਲਾ ਰਾਧੇ ਕ੍ਰਿਸ਼ਨ ਜਾਂ ਹਰੇ ਕ੍ਰਿਸ਼ਨ ਕਰੀ ਜਾਵਾਂਗੇ ਤੇ ਉਹ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦਾ ਇਹ ਨਾਮ ਨਹੀਂ, ਇਹ ਇੱਕ ਅਵਤਾਰ ਦਾ ਨਾਮ ਹੈ। ਇਸੇ ਕਰਕੇ ਤਾਂ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਨੇ ਸਾਨੂੰ ਵਾਹਿਗੁਰੂ ਗੁਰਮੰਤਰ ਦਿੱਤਾ ਤੇ ਸਾਨੂੰ ਇਹ ਆਖਿਆ ਵੀ ਵਾਹਿਗੁਰੂ ਗੁਰਮੰਤਰ ਦਾ ਹੀ ਜਾਪ ਕਰਨਾ ਹੈ। ਤੇ ਸਾਰੇ ਗੁਰਸਿੱਖ ਨੇ ਜਿਹੜੇ ਵਾਹਿਗੁਰੂ ਗੁਰਮੰਤਰ ਦਾ ਹੀ ਜਾਪ ਕਰਦੇ ਨੇ। ਸੋ ਅੱਗੇ ਭਗਤ ਜੀ ਨੇ ਫਿਰ ਉਸ ਪਰਮਾਤਮਾ ਦੇ ਨਾਮ ਨੇ ਜਿਹੜੇ ਉਹ ਦੱਸੇ, ਵਡਿਆਈਆਂ ਕੀਤੀਆਂ। ਮੇਰੋ ਬਾਪ, ਹੁਣ ਭਗਤ ਨਾਮਦੇਵ ਜੀ ਬ੍ਰਾਹਮਣ ਨੂੰ ਕਹਿੰਦੇ ਨੇ ਸਾਡਾ ਪਿਤਾ ਹੈ ਨਾ ਜਿਹੜਾ ਮਾਧੋ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਮਾਧੋ ਅਕਾਲ ਪੁਰਖ ਵਾਹਿਗੁਰੂ ਨੂੰ ਆਖਿਆ ਜਾਂਦਾ। ਮੇਰੋ ਬਾਪ ਮਾਧੋ ਤੂੰ ਧਨ ਕੇ ਸੋ। ਮੇਰਾ ਜਿਹੜਾ ਮਾਲਕ ਹੈ ਨਾ, ਮੇਰਾ ਜਿਹੜਾ ਪਿਤਾ ਹੈ, ਮੇਰੀ ਪਾਲਣਾ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਤੇ ਮੇਰੇ ਲਈ ਉਹੀ ਧਨਤਾ ਦੇ ਯੋਗ ਹੈ। ਤੁਹਾਡੇ ਲਈ ਕ੍ਰਿਸ਼ਨ ਭਗਵਾਨ ਹੋਵੇਗਾ, ਤੁਸੀਂ ਉਹਨੂੰ ਧੰਨ ਧੰਨ ਆਖੀ ਜਾਓ, ਪਰ ਸਾਡੇ ਲਈ ਤਾਂ ਅਕਾਲ ਪੁਰਖ ਵਾਹਿਗੁਰੂ ਧਨਤਾ ਦੇ ਯੋਗ ਹੈ। ਸਾਂਭਲਿਓ, ਉਹੀ ਸਾਡੇ ਲਈ ਸਾਂਭਲਿਓ ਹੈ, ਬੀਜ ਲਾਇਓ ਤੇ ਉਹੀ ਸਾਡੇ ਲਈ ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਲੈਤਾ ਕਰਨ ਵਾਲਾ ਹੈ ਜੀ। ਕਰ ਧਰੇ ਚਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਨ ਉਧਾਰਿ ਲੇ। ਅੱਗੇ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ। ਉਸ ਪਰਮਾਤਮਾ ਦੇ ਵਿੱਚ ਇਤਨੀ ਸਮਰੱਥਾ ਹੈ ਕਿ ਜਦੋਂ ਰਾਵਤ ਹਾਥੀ ਨੂੰ ਤੰਦਵੇ ਨੇ ਪਕੜ ਲਿਆ ਸੀ ਤੇ ਉਸ ਨੇ ਪਰਾ ਬਾਣੀ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ। ਫਿਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੱਥ ਦੇ ਵਿੱਚ ਸੁਦਰਸ਼ਨ ਚੱਕਰ ਲੈ ਕੇ ਤੇ ਸੱਚਖੰਡ ਤੋਂ ਆਉਣਾ ਕੀਤਾ। ਬੈਕੁੰਠ ਆਖਦੇ ਨੇ ਸੱਚਖੰਡ ਨੂੰ।
ਕਰ ਧਰੇ ਚੱਕਰ ਬੈਕੁੰਠ ਤੇ ਆਏ। ਆਪਣੇ ਹੱਥ ਦੇ ਵਿੱਚ ਸੁਦਰਸ਼ਨ ਚੱਕਰ ਲੈ ਕੇ ਤੇ ਆਪ ਪਰਮਾਤਮਾ ਬੈਕੁੰਠ ਤੋਂ ਆਇਆ ਸੀ। ਗਜ ਹਸਤੀ ਕੇ ਪ੍ਰਾਣ ਉਧਾਰੀਏ ਲਈ ਰਾਵਤ ਹਾਥੀ ਸੀ ਜਿਹੜਾ ਉਹਦੇ ਪ੍ਰਾਣਾਂ ਨੂੰ ਬਚਾਉਣਾ ਕੀਤਾ ਸੀ ਜੀ। ਦੋ ਸਾਸਨ ਕੀ ਸੋਭਾ ਦੋ ਸਾਸਨ ਕੀ ਸਭਾ ਦਰੋਪਤੀ ਅੰਬਰ ਲੈ ਦੋ ਵਾਰੀਏ। ਜਿਸ ਵਕਤ ਦ੍ਰੋਪਦੀ ਨੂੰ ਦੁਰਯੋਧਨ ਦੁਆਰਾ ਵਸਤਰਹੀਣ ਕਰਨ ਦਾ ਯਤਨ ਕੀਤਾ ਗਿਆ ਸੀ, ਉਸ ਵਕਤ ਦ੍ਰੋਪਦੀ ਨੇ ਵੀ ਬੜਾ ਕ੍ਰਿਸ਼ਨ ਕ੍ਰਿਸ਼ਨ ਆਖਿਆ ਸੀ, ਨਹੀਂ ਸੁਣਾਏ। ਫਿਰ ਉਸਨੇ ਸਰਬ ਵਿਆਪੀ ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਅੰਦਰ ਚਿਤਾਰਿਆ ਤੇ ਪਰਮਾਤਮਾ ਨੇ ਫਿਰ ਉਸ ਦੀ ਇੱਜ਼ਤ ਰੱਖੀ ਸੀ। ਦੁਸ਼ਾਸਨ ਕੀ ਸਭਾ ਦ੍ਰੋਪਦੀ ਅੰਬਰ ਲੈ ਤੂੰ ਉਭਾਰੀ ਲੈ। ਭਗਤ ਨਾਮਦੇਵ ਜੀ ਕਹਿੰਦੇ ਨੇ, ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਜਦੋਂ ਦ੍ਰੋਪਦੀ ਨੂੰ ਕੈਰਵਨ ਨੇ ਪਕੜ ਲਿਆ ਸੀ, ਦੁਰਯੋਧਨ ਨੇ ਆਪਣੇ ਦਰਬਾਰ ਦੇ ਵਿੱਚ ਲੈ ਆਂਦਾ ਸੀ, ਪਾਂਡੂ ਇਹਨੂੰ ਜੂਏ ਦੇ ਵਿੱਚ ਹਾਰ ਗਏ ਸਨ। ਉਸ ਵਕਤ ਦ੍ਰੋਪਦੀ ਨੇ ਵੀ ਸਰਬ ਵਿਆਪੀ ਉਸ ਪਰਮਾਤਮਾ ਨੂੰ ਯਾਦ ਕੀਤਾ ਸੀ ਤੇ ਸਰਬ ਵਿਆਪੀ ਪਰਮਾਤਮਾ ਨੇ ਆਣ ਕੇ ਦ੍ਰੋਪਦੀ ਦੇ ਜਿਹੜੇ ਵਸਤਰ ਸਨ ਉਹਨਾਂ ਨੂੰ ਇਤਨਾ ਜ਼ਿਆਦਾ ਵਧਾ ਦਿੱਤਾ ਕਿ ਜਿਹੜੇ ਦੁਸ਼ਾਸਨ ਸਨ ਉਹਨਾਂ ਤੋਂ ਇਹ ਵਸਤਰ ਉਤਾਰੇ ਨਹੀਂ ਗਏ ਸਨ, ਜਿਸ ਕਰਕੇ ਦ੍ਰੋਪਦੀ ਸੀ ਜਿਹੜੀ ਉਹ ਬੇਪਤ ਨਹੀਂ ਹੋ ਸਕੀ ਸੀ ਜੀ। ਗੌਤਮ ਨਾਦ ਅਹਲਿਆ ਤਾਰੀ ਪਾਵਨ ਕੇਤਕ ਪਾਰੀਏ। ਇਸੇ ਤਰ੍ਹਾਂ ਲਿਖੀ ਹੋਇਆ ਗੌਤਮ ਤੇ ਇਹਦੀ ਪਤਨੀ ਸੀ ਅਹਲਿਆ। ਗੌਤਮ ਲਿਖੀ ਹੋਇਆ, ਇਹਨੇ ਇੱਕ ਸ਼ਾਸਤਰ ਵੀ ਲਿਖਿਆ। 6 ਸ਼ਾਸਤਰਾਂ ਦੇ ਵਿੱਚੋਂ ਇੱਕ ਸ਼ਾਸਤਰ ਹੈ ਜਿਹੜਾ ਇਹ ਗੌਤਮ ਲਿਖੀ ਦਾ ਲਿਖਿਆ ਹੋਇਆ ਹੈ। ਕਹਿੰਦੇ ਨੇ ਇਹਨੇ ਇੱਕ ਬੜਾ ਵੱਡਾ ਜੱਗ ਕੀਤਾ ਆਪਦੇ ਘਰ ਤੇ ਸਾਰੇ ਜਿਤਨੇ ਵੀ ਦੇਵਤੇ ਸਨ ਉਹਨਾਂ ਨੂੰ ਸੱਦਿਆ, ਹੋਰ ਸਾਰੀ ਬਲਾਤਰੀ ਨੂੰ ਸਾਰਿਆਂ ਨੂੰ ਸੱਦਿਆ ਤੇ ਉਸ ਵਕਤ ਇੰਦਰ ਦੇਵਤਾ ਵੀ ਆਇਆ। ਇੰਦਰ ਦੇਵਤਾ ਜਿਹੜਾ ਇਸ ਦੀ ਪਤਨੀ ਦਾ ਨਾਮ ਅਹਲਿਆ ਸੀ, ਉਹਦੇ ਨਾਲ ਇਹ ਮੰਦਕਰਮੀ ਹੋ ਗਿਆ। ਜਦੋਂ ਮੰਦਕਰਮੀ ਹੋ ਗਿਆ, ਗੌਤਮ ਨੂੰ ਪਤਾ ਲੱਗਿਆ, ਇਹਨੇ ਸ਼ਰਾਪ ਦੇ ਦਿੱਤਾ ਸੀ ਇੰਦਰ ਨੂੰ। ਇੰਦਰ ਨੂੰ ਸ਼ਰਾਪ ਦੇ ਦਿੱਤਾ। ਇਹ ਜਾ ਕੇ ਕਮਲ ਦੀ ਬਗੀਚੀ ਦੇ ਵਿੱਚ ਜਾ ਕੇ ਲੁਕ ਕੇ ਬਹਿ ਗਿਆ, ਆਪਣੇ ਉੱਪਰ ਦਿੱਤੇ ਹੋਏ ਸ਼ਰਾਪ ਨੂੰ ਸ਼ਰਮਿੰਦਗੀ ਦੇ ਨਾਲ ਲੁਕਾਉਣ ਦੇ ਲਈ। ਤੇ ਇਸੇ ਤਰ੍ਹਾਂ ਇਹਨੇ ਫਿਰ ਆਪਣੀ ਪਤਨੀ ਨੂੰ ਵੀ ਸ਼ਰਾਪ ਦੇ ਦਿੱਤਾ ਸੀ ਵੀ ਤੂੰ ਸਿਲ ਪੱਥਰ ਹੋਵੇਂ। ਇਹਨੇ ਪੈਰ ਪਕੜ ਲਏ ਵੀ ਤੁਸੀਂ ਦੱਸੋ ਹੁਣ ਮੇਰਾ ਭਲਾ ਕਦੋਂ ਹੋਏਗਾ। ਤੇ ਗੌਤਮ ਲਿਖੀ ਨੇ ਆਖਿਆ ਵੀ ਤੇਰਾ ਭਲਾ ਹੋਏਗਾ ਤ੍ਰੇਤੇ ਦੇ ਵਿੱਚ ਵਿਸ਼ਨੂੰ ਦਾ ਅਵਤਾਰ ਆਏਗਾ ਸ੍ਰੀ ਰਾਮਚੰਦਰ, ਉਹਦੇ ਨਾਲ ਜਿਹੜੇ ਚਰਨ ਨੇ ਉਸ ਦੇ ਤੈਨੂੰ ਛੂਹਣਗੇ ਤੇ ਫਿਰ ਤੇਰਾ ਭਲਾ ਹੋਏਗਾ। ਇਹਨੇ ਫਿਰ ਪੈਰ ਪਕੜ ਲਏ ਜੀ, ਅਜੇ ਸਤਯੁਗ ਹੈ, ਫਿਰ ਦੁਆਪਰ ਆਏਗਾ, ਫਿਰ ਕਿਤੇ ਜਾ ਕੇ ਤ੍ਰੇਤਾ ਆਏਗਾ ਤੇ ਇਤਨਾ ਲੰਮਾ ਸਮਾਂ ਮੈਂ ਇਸੇ ਤਰ੍ਹਾਂ ਪੱਥਰ ਬਣੀ ਰਵਾਂਗੀ। ਕੁਝ ਤਾਂ ਮੇਰੇ ਤੇ ਕਿਰਪਾ ਕਰੋ, ਫਿਰ ਵੀ ਮੈਂ ਤੁਹਾਡੀ ਪਤਨੀ ਹਾਂ। ਤੇ ਉਦੋਂ ਫਿਰ ਗੌਤਮ ਰਿਸ਼ੀ ਨੇ ਆਪਣੇ ਜਤ ਸਤ ਦੇ ਬਲ ਦੇ ਨਾਲ ਜਿੱਥੇ ਦੁਆਪਰ ਸੀ ਉੱਥੇ ਤ੍ਰੇਤਾ ਯੁੱਗ ਲਾ ਦਿੱਤਾ, ਜਿੱਥੇ ਤ੍ਰੇਤਾ ਸੀ ਉੱਥੇ ਦੁਆਪਰ ਯੁੱਗ ਲਾਤਾ। ਭਾਵ ਜਦੋਂ ਕ੍ਰਿਸ਼ਨ ਭਗਵਾਨ ਦਾ ਅਵਤਾਰ ਹੋਣਾ ਸੀ ਉਹ ਸਮਾਂ ਜਿਹੜਾ ਉਹ ਸ਼੍ਰੀ ਰਾਮਚੰਦਰ ਦਾ ਅਵਤਾਰ ਪਹਿਲੋਂ ਹੋ ਗਿਆ। ਤੇ ਸ਼੍ਰੀ ਰਾਮਚੰਦਰ ਦਾ ਅਵਤਾਰ ਹੋਇਆ, ਉਹ ਜੰਗਲ ਦੇ ਵਿੱਚ ਜਦੋਂ ਗਏ ਉਦੋਂ ਚਰਨ ਸਪਰਸ਼ ਹੋਏ ਤੇ ਅਹਲਿਆ ਜਿਹੜੀ ਸੀ ਇਹਦਾ ਫਿਰ ਸਰੀਰ ਉਸੇ ਤਰ੍ਹਾਂ ਬਣਿਆ ਤੇ ਇਹਦੀ ਆਤਮਾ ਜਿਹੜੀ ਉਸ ਨੂੰ ਮੁਕਤੀ ਮਿਲੀ। ਗੌਤਮ ਨਾਰ ਅਹਲਿਆ ਤਾਰੀ ਪਾਵਨ ਕੇਤਕ ਤਾਰੀਏ ਦੇ ਭਗਤ ਜੀ ਕਹਿੰਦੇ ਨੇ ਇਸ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਸਤਿਗੁਰੂ ਨੇ ਜੋ ਉਹਨਾਂ ਦੇ ਵਿੱਚ ਸਮਰੱਥਾ ਹੈ, ਉਹਨਾਂ ਨੇ ਆਪਣੀ ਸਮਰੱਥਾ ਦੇ ਨਾਲ ਸ਼੍ਰੀ ਰਾਮਚੰਦਰ ਨੂੰ ਇੱਧਰ ਭੇਜ ਕੇ ਅਹਲਿਆ ਸੀ ਜਿਹੜੀ ਉਹਦਾ ਜੀਵਨ ਨੇ ਜਿਹੜਾ ਉਹ ਸਫਲਾ ਕੀਤਾ। ਪਾਵਨ ਕੇਤਕ ਤਾਰੀਏ ਦੇ ਉਹ ਪ੍ਰਭੂ ਪਰਮਾਤਮਾ ਪਵਿੱਤਰ ਹੈ ਤੇ ਉਹਨੇ ਕਿੰਨੇ ਹੀ ਜੀਵਾਂ ਦਾ ਭਲਾ ਕੀਤਾ ਹੈ ਜੀ। ਐਸਾ ਅਦਮ ਅਜਾਗ ਨਾਮ ਦਿਓ ਤਉ ਸਰਨਾਗਤ ਆਇ ਰੇ। ਹੁਣ ਭਗਤ ਨਾਮਦੇਵ ਜੀ ਆਪ ਦੇ ਵੱਲੋਂ ਪ੍ਰਭੂ ਪਰਮਾਤਮਾ ਦੇ
ਦੇ ਅੱਗੇ ਬੰਦਗੀ ਕਰਦੇ ਨੇ। हे ਸੱਚੇ ਸਤਿਗੁਰੂ ਜੀ, ਐਸਾ ਅਦਮ ਅਜਾਤ, ਇਸ ਤਰ੍ਹਾਂ ਦਾ ਅਦਮ ਅਜਾਤ, ਅਜਾਤ ਦਾ ਅਰਥ ਹੁੰਦਾ ਹੈ ਨੀਵੇਂ ਤੋਂ ਨੀਵੀਂ ਜਾਤ ਵਾਲਾ, ਅਦਮ ਅਜਾਤ। ਜਿਵੇਂ ਉੱਪਰ ਅਹਿਲਿਆ ਦਾ ਜ਼ਿਕਰ ਕੀਤਾ ਹੈ, ਹਾਥੀ ਦਾ ਜ਼ਿਕਰ ਕੀਤਾ ਹੈ, ਉਸੇ ਤਰ੍ਹਾਂ ਜਿਵੇਂ ਦੁਸ਼ਾਸਨ ਦੁਰਯੋਧਨ ਦਾ ਜ਼ਿਕਰ ਕੀਤਾ ਹੈ, ਉਸੇ ਤਰ੍ਹਾਂ ਦੇ ਔਗਣ ਮੇਰੇ ਵਿੱਚ ਨੇ। ਕਹਿਣ ਤੋਂ ਭਾਵ, हे ਅਕਾਲ ਪੁਰਖ ਵਾਹਿਗੁਰੂ, ਐਸਾ ਅਦਮ ਅਜਾਤ ਜਿਵੇਂ ਮੈਂ ਪਿੱਛੇ ਗਿਣੇ ਨੇ ਨਾ, ਉਸੇ ਤਰ੍ਹਾਂ ਦਾ ਮੈਂ ਵੀ ਅਦਮ ਹਾਂ, ਅਜਾਤ ਹਾਂ। ਉਹਨਾਂ ਦੀ ਤਰ੍ਹਾਂ ਮੈਂ ਵੀ ਪਾਪੀਆਂ। ਨਾਮ ਦਿਓ ਤੋ ਸਰਨਾਗਤ ਆਈਲੇ, ਤੇ ਮੈਂ ਨਾਮਦੇਵ ਵੀ ਆਪ ਜੀ ਦੀ ਸ਼ਰਨ ਦੇ ਵਿੱਚ ਆ ਗਿਆ, ਤੇ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਕਰਕੇ ਤੁਸੀਂ ਵੀ ਕਿਰਪਾ ਕਰੋ, ਮੇਰਾ ਭਲਾ ਕਰਨਾ ਕਰੋ। ਉੱਪਰ ਜਿਹੜੇ ਨੇ ਉਹ ਦ੍ਰਿਸ਼ਟਾਂਤ ਦਿੱਤੇ ਨੇ ਭਗਤ ਨਾਮਦੇਵ ਜੀ ਨੇ। ਭਗਤ ਨਾਮਦੇਵ ਜੀ ਨਾ ਕ੍ਰਿਸ਼ਨ ਨੂੰ ਮੰਨਦੇ ਸਨ ਤੇ ਨਾ ਸ੍ਰੀ ਰਾਮਚੰਦਰ ਨੂੰ ਮੰਨਦੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਤਨੇ ਵੀ ਭਗਤਾਂ ਦੀ ਬਾਣੀ ਹੈ, ਇਹਨਾਂ ਨੇ ਕੇਵਲ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਿਆ, ਅਕਾਲ ਪੁਰਖ ਵਾਹਿਗੁਰੂ ਦਾ ਲੜ ਫੜਿਆ, ਤਾਂ ਹੀ ਇਹਨਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਨਹੀਂ ਤਾਂ ਲਾਹੌਰ ਤੋਂ 4 ਭਗਤ ਆਏ ਸਨ, ਭਗਤ ਛੱਜੂ ਜੀ, ਭਗਤ ਕਾਨਾ ਜੀ, ਭਗਤ ਪੀਪਾ ਜੀ, ਇਹ ਆਏ ਸਨ। ਤੇ ਇਹਨਾਂ ਨੇ ਭਗਤ ਹੁਸੈਨ ਜੀ, ਇਹ ਆਏ ਸਨ। ਇਹਨਾਂ ਨੇ ਆਣ ਕੇ ਬੇਨਤੀ ਕੀਤੀ ਸੀ ਗੁਰੂ ਅਰਜਨ ਦੇਵ ਜੀ ਨੂੰ, ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੀ ਬਾਣੀ ਦਰਜ ਨਹੀਂ ਸੀ ਕੀਤੀ। ਕਿਉਂ ਨਹੀਂ ਸੀ ਕੀਤੀ? ਕਿਉਂਕਿ ਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ, ਤੁਹਾਡੀ ਬਾਣੀ ਹੈ ਜਿਹੜੀ, ਇਹ ਧੁਰ ਕੀ ਬਾਣੀ ਨਹੀਂ, ਭਾਵ ਇਹ ਧੁਰ ਦੇ ਨਾਲ ਨਾ ਜੋੜਨ ਵਾਲੀ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਹੀਂ ਜੋੜਦੀ। ਗੁਰਬਾਣੀ ਕੇਵਲ ਉਸ ਦੀ ਦਰਜ ਕੀਤੀ ਗਈ ਹੈ ਜਿਸ ਦੀ ਬਾਣੀ ਉਸ ਪਰਮਾਤਮਾ ਦੇ ਨਾਲ ਜੋੜਦੀ ਹੈ। ਭਗਤ ਜੀ ਨੇ ਉੱਪਰਲੇ ਦ੍ਰਿਸ਼ਟਾਂਤ ਦੇ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਫਰਿਆਦ ਕੀਤੀ ਹੈ, ਸੱਚੇ ਸਤਿਗੁਰ ਤੂੰ ਸਮਰੱਥਾ ਵਾਲਾ ਹੈ, ਇਸ ਤਰ੍ਹਾਂ ਦੇ ਗੁਨਾਹਗਾਰਾਂ ਨੂੰ ਤੂੰ ਬਖਸ਼ ਲਿਆ, ਤੇ ਮੈਂ ਵੀ ਇਸੇ ਤਰ੍ਹਾਂ ਦਾ ਗੁਨਾਹਗਾਰ ਹਾਂ, ਮੈਨੂੰ ਕਿਰਪਾ ਕਰ, ਮੈਨੂੰ ਵੀ ਬਖਸ਼ਣਾ ਕਰ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹੋਇਆ ਹਾਂ ਜੀ। ਸਭੈ ਘਟ ਰਾਮ ਬੋਲੇ, ਰਾਮ ਬੋਲੇ। ਹੁਣ ਇਹ ਸ਼ਬਦ ਦੇ ਅੰਦਰ ਭਗਤ ਨਾਮਦੇਵ ਜੀ ਅੱਗੇ ਬ੍ਰਾਹਮਣਾਂ ਨੂੰ ਹੋਰ ਗਿਆਨ ਦਿੰਦੇ ਨੇ। ਬ੍ਰਾਹਮਣ ਹਨ ਜਿਹੜੇ, ਇਹ ਜਾਤੀਵਾਦੀ ਦੇ ਵਿੱਚ ਜ਼ਿਆਦਾ ਸਨ। ਇਹਨਾਂ ਨੇ ਮਨੂ ਸਿਮਰਤੀ ਦੇ ਵਿੱਚ 4 ਪੱਖਾਂ ਦੇ ਵਿੱਚ ਮਨੁੱਖ ਨੂੰ ਵੰਡਿਆ, ਬ੍ਰਾਹਮਣ, ਸ਼ੂਦਰ, ਵੈਸ, ਖੱਤਰੀ। ਇਹ 4 ਪੱਖ, 4 ਪਾਰਟ ਬਣਾਏ ਹੋਏ ਨੇ ਇਹਨਾਂ ਨੇ। ਤੇ ਭਗਤ ਨਾਮਦੇਵ ਜੀ ਕਹਿੰਦੇ, ਤੁਸੀਂ ਬ੍ਰਾਹਮਣਾਂ ਨੇ ਇਹ ਜਿਹੜਾ ਜਾਤੀ ਵਾਲਾ ਸਮਾਜ ਦੇ ਵਿੱਚ ਝਗੜਾ ਪਾਇਆ ਹੋਇਆ ਨਾ, ਇਹ ਠੀਕ ਨਹੀਂ ਹੈਗਾ। ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਸਾਰੀਆਂ ਰੂਹਾਂ ਨੇ, ਜਿਤਨੇ ਵੀ ਜੀਵ ਨੇ, ਉਸ ਪਰਮਾਤਮਾ ਦੇ ਬਣਾਏ ਹੋਏ ਨੇ। ਅਵਲ ਅਲਹ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ, ਕੌਣ ਭਲੇ ਕੋ ਮੰਦੇ। ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੱਸਦੀ ਹੈ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਅਸੀਂ ਸਾਰੇ ਪੈਦਾ ਹੋਏ ਹਾਂ। ਕੋਈ ਵੀ ਮਾੜਾ ਨਹੀਂ ਤੇ ਕੋਈ ਵੀ ਚੰਗਾ ਨਹੀਂ, ਸਾਰਿਆਂ ਦੇ ਆਪੋ ਆਪਣੇ ਸੁਭਾਅ ਨੇ। ਅੰਦਰ ਸਾਰਿਆਂ ਦੇ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਤੇ ਜਿਹੜਾ ਸੁਭਾਅ ਹੈ ਇਹ ਵੀ ਉਸ ਪਰਮਾਤਮਾ ਤੋਂ ਹੀ ਸਾਨੂੰ ਇੱਕ ਗੁਣ ਮਿਲਿਆ ਹੈ। ਇਹ ਵੀ ਉਸ ਵਾਹਿਗੁਰੂ ਦੀਆਂ ਦਾਤਾਂ ਨੇ। ਉਸ ਪਰਮਾਤਮਾ ਨੇ ਸਾਨੂੰ ਉਸ ਤਰ੍ਹਾਂ ਦਾ ਗੁਣ ਦੇ ਕੇ ਤੇ ਸਮਾਜ ਜਿਹੜਾ ਇਹਦੀ ਰਚਨਾ ਕੀਤੀ ਹੈ, ਉਸ ਤਰ੍ਹਾਂ ਦਾ ਪਾਰਟ ਹੈ ਜਿਹੜਾ, ਜਿਵੇਂ ਡਰਾਮੇ ਦੇ ਵਿੱਚ ਸਾਰੇ ਹੀਰੋ ਨਹੀਂ ਹੋਇਆ ਕਰਦੇ, ਕੁਝ ਵਿੱਚ ਹਸਾਉਣ ਵਾਲੇ ਹੁੰਦੇ ਨੇ, ਕੁਝ ਵਿੱਚ ਸੂਰਬੀਰਤਾ ਵਾਲੇ ਹੁੰਦੇ ਨੇ, ਕੋਈ ਕਿਵੇਂ ਦਾ ਕੋਈ ਕਿਵੇਂ ਦਾ ਹੁੰਦਾ, ਤੇ ਫਿਰ ਕਿਤੇ ਜਾ ਕੇ ਡਰਾਮੇ ਦੀ ਸਟੋਰੀ ਹੈ ਜਿਹੜੀ ਉਹ ਬਣਦੀ। ਉਸੇ ਤਰ੍ਹਾਂ ਇਹ ਸੰਸਾਰ ਦੀ ਰਚਨਾ ਜਿਹੜੀ ਇੱਕ ਡਰਾਮੇ ਦੀ ਤਰ੍ਹਾਂ ਹੈ, ਇਹਦੇ ਵਿੱਚ ਹਰ ਪ੍ਰਕਾਰ ਦਾ ਮਨੁੱਖ ਜਿਹੜਾ ਉਸ ਪਰਮਾਤਮਾ ਨੇ ਭੇਜਿਆ ਹੋਇਆ ਹੈ, ਤੇ ਉਹਦਾ ਸੁਭਾਅ ਜਿਹੜਾ ਪਰਮਾਤਮਾ ਨੇ ਆਪ ਦਿੱਤਾ ਹੋਇਆ ਹੈ। ਸੋ ਭਗਤ ਨਾਮਦੇਵ ਜੀ ਕਹਿੰਦੇ, ਸਭੇ ਘਟ ਰਾਮ ਬੋਲੇ, ਰਾਮਾ ਬੋਲੇ। ਜਿਤਨੇ ਵੀ ਸਰੀਰ ਨੇ ਨਾ, ਸਾਰਿਆਂ ਦੇ ਅੰਦਰ ਪਰਮਾਤਮਾ ਬੋਲਦਾ ਹੈ, ਆਪ ਨਹੀਂ ਕੋਈ ਬੋਲ ਸਕਦਾ। ਜੇ ਸਾਡੇ ਅੰਦਰ ਪਰਮਾਤਮਾ ਹੈ ਤੇ ਅਸੀਂ ਬੋਲ ਸਕਦੇ ਹਾਂ। ਜਦੋਂ ਪਰਮਾਤਮਾ ਆਪਣੀ ਜੋਤ ਖਿੱਚ ਲੈਂਦਾ ਤੇ ਫਿਰ ਇਹ 5 ਭੂਤਕ ਸਰੀਰ ਹੈ ਨਾ ਜਿਹੜਾ, ਇਹ ਕੇਵਲ ਤੇ ਕੇਵਲ ਇੱਕ ਮਿੱਟੀ ਦਾ ਤੋਦਾ ਜਿਹਾ ਬਣ ਕੇ ਰਹਿ ਜਾਂਦਾ। ਜਿਵੇਂ ਕੋਈ ਮਿੱਟੀ ਦੇ ਪਹਿਲੂ ਖਿਡੌਣੇ ਹੋਇਆ ਕਰਦੇ ਸਨ ਨਾ, ਜਵਾਕ ਖੇਡਿਆ ਕਰਦੇ ਸਨ, ਹੁਣ ਉਹ ਬਣੇ ਤਾਂ ਬੱਧੇ ਹੋਇਆ ਕਰਦੇ ਸਨ, ਜਾਂ ਹਾਥੀ ਘੋੜੇ ਹੋਇਆ ਕਰਦੇ ਸਨ, ਪਰ ਨਾ ਚੱਲਿਆ ਕਰਦੇ ਸਨ, ਨਾ ਬੋਲਿਆ ਕਰਦੇ ਸਨ।
ਇਸੇ ਤਰ੍ਹਾਂ ਮਨੁੱਖ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਹੈ। ਜੋਤ ਦੇ ਨਾਲ ਹੀ ਅਸੀਂ ਬੋਲਦੇ ਹਾਂ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ। ਜਿਤਨੇ ਵੀ ਸਰੀਰ ਨੇ ਸਾਰਿਆਂ ਦੇ ਅੰਦਰ ਪਰਮਾਤਮਾ ਬੋਲਦਾ ਹੈ ਤੇ ਪਰਮਾਤਮਾ ਦੇ ਬੁਲਾਏ ਹੀ ਅਸੀਂ ਬੋਲ ਰਹੇ ਹਾਂ ਜੀ। ਰਾਮ ਬਿਨਾ ਕੋ ਬੋਲੇ। ਜਦੋਂ ਪਰਮਾਤਮਾ ਸਾਡੇ ਅੰਦਰੋਂ ਨਿਕਲ ਜਾਂਦਾ ਤੇ ਕੋਈ ਬੋਲ ਕੇ ਵਿਖਾਵੇ ਰਾਮ ਬਿਨਾ ਕੋ ਬੋਲੇ ਰੇ। ਕੋਈ ਪਰਮਾਤਮਾ ਤੋਂ ਬਿਨਾ ਬੋਲ ਕੇ ਵਿਖਾਵੇ ਨਾ। ਜਦੋਂ ਪਰਮਾਤਮਾ ਕਿਸੇ ਦੇ ਵਿੱਚੋਂ ਆਪਣੀ ਜੋਤ ਖਿੱਚ ਲੈਂਦਾ ਹੈ, ਅਸੀਂ ਕਹਿ ਦਿੰਦੇ ਹਾਂ ਮਰ ਗਿਆ, ਸਰੀਰ ਛੱਡ ਗਿਆ, ਤੇ ਫਿਰ ਭਾਈ ਉਦੋਂ ਕੋਈ ਬੋਲ ਕੇ ਵਿਖਾਵੇ। ਜੇ ਪਰਮਾਤਮਾ ਤੋਂ ਬਿਨਾ ਕੋਈ ਬੋਲ ਸਕਦਾ ਹੈ ਜੀ। ਰਹਾਉ ਏਕਲ ਮਾਟੀ ਕੁੰਜਰ ਜੀਤੇ, ਭਾਜਨ ਹੈ ਬਹੁ ਨਾਰੇ। ਹੁਣ ਅੱਗੇ ਭਗਤ ਨਾਮਦੇਵ ਜੀ ਸਮਝਾਉਂਦੇ ਨੇ, ਵਿਸ਼ਰਾਮ ਲਾ ਕੇ ਏਕਲ ਦਾ ਅਰਥ ਹੁੰਦਾ ਇੱਕੋ ਹੀ ਮਾਟੀ, ਇੱਕੋ ਹੀ ਮਿੱਟੀ ਦੇ ਅਸੀਂ ਬਣੇ ਆ। ਭਾਵ ਸਾਰੇ ਦੇ ਸਾਰੇ ਅਸੀਂ 5 ਤੱਤਾਂ ਦੇ ਬਣੇ ਆ, ਵੱਖੋ ਵੱਖਰੇ ਤੱਤ ਨਹੀਂ ਹੈਗੇ ਕਿਸੇ ਦੇ। ਏਕਲ ਮਾਟੀ, ਕੁੰਚਲ ਕਹਿੰਦੇ ਨੇ ਹਾਥੀ ਨੂੰ ਤੇ ਚੀਟੀ ਕਹਿੰਦੇ ਨੇ ਕੀੜੀ ਨੂੰ। ਛੋਟੇ ਤੋਂ ਛੋਟਾ ਜੀਵ ਹੈ ਜਿਹੜਾ ਇਹ ਕੀੜੀ ਨੂੰ ਮੰਨਿਆ ਗਿਆ, ਤੇ ਵੱਡੇ ਤੋਂ ਵੱਡਾ ਜੀਵ ਹੈ ਜਿਹੜਾ ਹਾਥੀ ਨੂੰ ਮੰਨਿਆ ਗਿਆ। ਕੀੜੀ ਤੋਂ ਲੈ ਕੇ ਹਾਥੀ ਤੱਕ ਅਸੀਂ ਸਾਰੇ ਇੱਕ ਮਿੱਟੀ ਦੇ ਹੀ ਬਣੇ ਹੋਏ ਹਾਂ। ਭਾਜਨ ਦਾ ਅਰਥ ਹੁੰਦਾ ਬਰਤਨ। ਭਾਜਨ ਹੈ ਬਹੁ ਨਾਨਾ ਰੇ, ਜਿਵੇਂ ਘੁਮਿਆਰ ਹੈ ਉਹ ਬਰਤਨ ਬਣਾਉਂਦਾ ਹੈ। ਉਹਦੇ ਬਣਾਏ ਹੋਏ ਬਰਤਨ ਨੇ ਜਿਹੜੇ ਇੱਕ ਨਾਲ ਦੇ ਨਹੀਂ ਹੁੰਦੇ। ਕਿਤੇ ਉਹ ਕੁੱਜਾ ਬਣਾ ਦਿੰਦਾ, ਕਿਤੇ ਘੜਾ ਬਣਾ ਦਿੰਦਾ, ਕਿਤੇ ਮੱਟ ਬਣਾ ਦਿੰਦਾ ਹੈ। ਤੇ ਪਹਿਲੋਂ ਤਾਂ ਭਾਈ ਪਰਾਤਾਂ ਵੀ ਜਿਹੜੀਆਂ ਨੇ ਨਾ ਉਹ ਮਿੱਟੀ ਦੀਆਂ ਹੋਇਆ ਕਰਦੀਆਂ ਸਨ। ਕਿਸੇ ਪੁਰਾਣੇ ਬਜ਼ੁਰਗ ਨੇ ਜੇ ਵੇਖੀ ਹੋਵੇ ਤੇ ਉਹਨੂੰ ਜ਼ਰੂਰ ਚੇਤਾ ਆ ਜਾਏਗਾ। ਜੇ ਆਪਾਂ ਰਾਜਸਥਾਨ ਨੂੰ ਜਾਈਏ ਨਾ, ਹੁਣ ਅਜੇ ਵੀ ਰਾਜਸਥਾਨ ਦੇ ਵਿੱਚ ਕਈਆਂ ਪਿੰਡਾਂ ਦੇ ਵਿੱਚ ਮਿੱਟੀ ਦੇ ਪਰਾਤ ਦੇ ਵਿੱਚ ਹੀ ਆਟਾ ਗੁੰਨਿਆ ਜਾਂਦਾ ਹੈ। ਤੇ ਇਹਦਾ ਜਿਹੜਾ ਤੱਤ ਹੈ ਨਾ, ਇਹ ਸਾਡੇ ਸਰੀਰ ਦੇ ਲਈ ਹੈ ਵੀ ਜ਼ਰੂਰੀ। ਇਸੇ ਤਰ੍ਹਾਂ ਸਾਨੂੰ ਮਿੱਟੀ ਦੇ ਬਰਤਨ ਨੇ ਜਿਹੜੇ ਉਹਨਾਂ ਦੀ ਵਰਤੋਂ ਕਰਨੀ ਪੈਂਦੀ। ਰਹੁ ਵਿਚਾਰ ਲਹੁ ਤਰ ਨਾ ਜਾਵਾਂ। ਹੁਣ ਭਗਤ ਜੀ ਕਹਿੰਦੇ ਨੇ ਭਾਜਨ ਹੈ ਬਹੁ ਨਾਨਾ ਰੇ, ਜਿਵੇਂ ਘੁਮਿਆਰ ਹੈ ਉਹ ਮਿੱਟੀ ਦੇ ਵੇਖੋ ਕਿਤੇ ਚੁੰਗੜਾ ਬਣਾ ਦਿੰਦਾ, ਕਿਤੇ ਕੁਝ ਬਣਾ ਦਿੰਦਾ, ਕਦੇ ਕੁਝ ਬਣਾ ਦਿੰਦਾ। ਮਿੱਟੀ ਇੱਕੋ ਹੀ ਹੈ, ਜਿਵੇਂ ਘੁਮਿਆਰ ਬਣਾ ਦਿੰਦਾ ਉਵੇਂ ਉਹਦਾ ਬਰਤਨ ਬਣ ਜਾਂਦਾ ਹੈ। ਉਸੇ ਤਰ੍ਹਾਂ ਮਿੱਟੀ ਇੱਕੋ ਹੀ ਹੈ ਤੇ ਉਹ ਪਰਮਾਤਮਾ ਨੇ ਕਿਤੇ ਵੇਖੋ ਕਿੱਡਾ ਵੱਡਾ ਹਾਥੀ ਬਣਾ ਦਿੱਤਾ ਤੇ ਕਿਤੇ ਛੋਟੀ ਜਿਹੀ ਕੀੜੀ ਬਣਾ ਦਿੱਤੀ ਹੈ। ਬਣਾਏ ਹੋਏ ਸਾਰੇ ਉਸ ਵਾਹਿਗੁਰੂ ਦੇ ਹਨ ਜੀ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਅਸਥਾਵਰ ਦੇ ਵਿੱਚ ਨਾ ਸਾਰੀ ਬਨਸਪਤੀ ਆ ਜਾਂਦੀ ਹੈ। ਅਸਥਾਵਰ ਦਾ ਅਰਥ ਹੁੰਦਾ ਇੱਕ ਥਾਂ ਤੇ ਟਿਕਿਆ ਰਹਿਣ ਵਾਲਾ। ਬਨਸਪਤੀ ਹੈ ਜਿਹੜੀ ਇਹ ਇੱਕ ਥਾਂ ਤੇ ਟਿਕੀ ਰਹਿੰਦੀ ਹੈ। ਜੰਗਮ ਕਹਿੰਦੇ ਨੇ ਤੁਰਨ ਫਿਰਨ ਵਾਲਿਆਂ ਨੂੰ, ਤੇ ਕੀਟ ਪਤੰਗਾਂ ਦੇ ਵਿੱਚ ਉੱਡਣ ਵਾਲੇ ਆ ਜਾਂਦੇ ਨੇ। ਹੁਣ ਭਗਤ ਜੀ ਕਹਿੰਦੇ ਨੇ ਜਿੱਥੇ ਸਾਨੂੰ ਦੱਸਿਆ ਨਾ ਵੀ ਛੋਟੇ ਛੋਟੇ ਜੀਵ ਤੋਂ ਲੈ ਕੇ ਵੱਡੇ ਤੋਂ ਵੱਡਾ ਜੀਵ ਹੈ ਜਿਹੜਾ ਉਸ ਪਰਮਾਤਮਾ ਦਾ ਬਣਾਇਆ ਹੋਇਆ ਹੈ। ਜਿਵੇਂ ਘੁਮਿਆਰ ਇੱਕੋ ਮਿੱਟੀ ਤੋਂ ਅਨੇਕ ਪ੍ਰਕਾਰ ਦੇ ਬਰਤਨ ਤਿਆਰ ਕਰ ਦਿੰਦਾ ਹੈ, ਉਸੇ ਤਰ੍ਹਾਂ ਪ੍ਰਭੂ ਪਰਮਾਤਮਾ ਨੇ ਵੀ ਸਾਨੂੰ 5 ਤੱਤਾਂ ਤੋਂ ਅਨੇਕ ਪ੍ਰਕਾਰ ਦੇ ਰੂਪਾਂ ਦੇ ਵਿੱਚ ਤਿਆਰ ਕੀਤਾ ਹੈ। ਕਿਤੇ ਕੀੜੀ ਬਣਾ ਦਿੱਤੀ, ਕਿਤੇ ਹਾਥੀ ਬਣਾ ਦਿੱਤਾ ਹੈ। ਅੱਗੇ ਭਗਤ ਜੀ ਕਹਿੰਦੇ ਨੇ ਜਿਹੜੇ ਰੁਕੇ ਹੋਏ ਨੇ ਨਾ, ਭਾਵ ਬਨਸਪਤੀ ਜਿਹੜੀ ਹੈ, ਫਸਲਾਂ ਤੇ ਬਨਸਪਤੀ ਇਹ ਸਾਰੇ ਅਸਥਾਵਰ ਦੇ ਵਿੱਚ ਆ ਜਾਂਦੇ ਨੇ। ਜਿਹੜੇ ਰੁਕੇ ਹੋਏ ਨੇ ਤੁਰ ਨਹੀਂ ਸਕਦੇ, ਤੇ ਜੰਗਮ ਕਹਿੰਦੇ ਨੇ ਤੁਰਨ ਫਿਰਨ ਵਾਲੇ। ਰੁਕੇ ਹੋਏ ਨਾ ਤੁਰਨ ਫਿਰਨ ਵਾਲੇ ਤੇ ਤੁਰਨ ਫਿਰਨ ਵਾਲੇ ਜਿਤਨੇ ਵੀ ਨੇ, ਕੀਟ ਪਤੰਗਮ, ਭਾਵੇਂ ਕੀੜਾ ਹੈ ਤੇ ਭਾਵੇਂ ਪਤੰਗਾ ਹੈ, ਉੱਡਣ ਵਾਲੇ, ਘਟ ਘਟ ਰਾਮ ਸਮਾਨਾ ਰੇ। ਇਹਨਾਂ ਸਾਰਿਆਂ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਇੱਕ ਸਮਾਨ ਹੈ, ਵੱਖੋ ਵੱਖਰਾ ਨਹੀਂ ਤੇ ਛੋਟਾ ਵੱਡਾ ਵੀ ਨਹੀਂ। ਇਹਨੂੰ ਫਿਰ ਦਾਸ ਇਸ ਤਰ੍ਹਾਂ ਸਮਝਾਇਆ ਕਰਦਾ ਹੈ, ਬਰਫ਼ ਦੀ ਸਿੱਲੀ ਹੈ, ਉਹਦੇ ਤੇ ਥਰਮਾਮੀਟਰ ਲਾਓ ਦੱਸ ਦੇਗੀ ਇਹ 0 ਡਿਗਰੀ ਤੇ, ਕਿਉਂਕਿ ਪਾਣੀ 0 ਡਿਗਰੀ ਤੇ ਜਾ ਕੇ ਜੰਮਦਾ ਹੈ। ਇਹਦੇ ਨਾਲੋਂ ਥੋੜ੍ਹਾ ਜਿਹਾ ਬਰਫ਼ ਦਾ ਟੁਕੜਾ ਜਿਹੜਾ ਐਵੇਂ 10-20 ਗ੍ਰਾਮ ਦਾ ਤੋੜ ਲਓ, ਉਹਨੂੰ ਥਰਮਾਮੀਟਰ ਲਾਓ ਤੇ ਉਹ ਵੀ ਹੁਣ 0 ਡਿਗਰੀ ਤੇ ਹੈ। ਹੁਣ ਸਾਰੀ ਬਰਫ਼ ਦੀ ਸਿੱਲੀ ਦੇ ਵਿੱਚ ਜਿਹੜੀ ਠੰਡਕ ਹੈ ਇੱਕ ਸਮਾਨ ਹੈ, ਭਾਵੇਂ ਉਹਦਾ ਕੋਈ ਵੀ ਕੰਨ ਲੈ ਲਈਏ, ਠੰਡਕ ਇੱਕ ਸਮਾਨ ਹੈ। ਉਸੇ ਤਰ੍ਹਾਂ ਪਰਮਾਤਮਾ ਜਿਹੜਾ ਹਾਥੀ ਦੇ ਵਿੱਚ ਵੀ ਤੇ ਕੀੜੀ ਦੇ ਵਿੱਚ ਵੀ ਇੱਕ ਸਮਾਨ ਹੈ। ਤੁਰਨ ਫਿਰਨ ਵਾਲਿਆਂ ਦੇ ਵਿੱਚ ਵੀ ਤੇ ਸਦਾ ਖੜੇ ਰਹਿਣ ਵਾਲਿਆਂ ਦੇ ਵਿੱਚ ਵੀ ਇੱਕ ਸਮਾਨ ਹੈ। ਉੱਡਣ ਵਾਲਿਆਂ ਦੇ ਵਿੱਚ ਵੀ
ਉਹ ਪ੍ਰਭੂ ਪਰਮਾਤਮਾ ਇੱਕ ਸਮਾਨ ਹੈ। ਘਟ ਘਟ ਰਾਮ ਸਮਾਨਾ ਰੇ, ਸਾਰਿਆਂ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਇੱਕੋ ਨਾਲ ਦਾ ਤੇ ਇੱਕ ਬਰਾਬਰ ਹੈ ਜੀ। ਏਕਲ ਚਿੰਤਾ ਰਾਖ ਅਨੰਤਾ ਔਰ ਤਦ ਹੋ ਸਭ ਆਸਾਰੇ। ਹੁਣ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਨਾ ਜਿਹੜਾ, ਉਹਨੂੰ ਹੀ ਅਸੀਂ ਚਿਤਾਰਨਾ ਹੈ, ਉਸੇ ਨੂੰ ਅਨੰਤਾ ਆਖਿਆ। ਅਨੰਤਾ ਦਾ ਅਰਥ ਹੁੰਦਾ ਜਿਸ ਦਾ ਅੰਤ ਕੋਈ ਨਹੀਂ। ਏਕਲ ਚਿੰਤਾ ਰਾਖ ਅਨੰਤਾ। ਤਾਂ ਤੇ ਭਗਤ ਨਾਮਦੇਵ ਜੀ ਨੇ ਸਾਰੇ ਬ੍ਰਾਹਮਣਾਂ ਨੂੰ ਸਮਝਾਇਆ ਵੀ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਚਿਤਾਰਨਾ ਚਾਹੀਦਾ, ਉਹਨੂੰ ਚੇਤੇ ਕਰਨਾ ਚਾਹੀਦਾ ਜੋ ਅਨੰਤ ਹੈ। ਔਰ ਤਜੋ ਸਭ ਆਸਾ ਰੇ, ਬਾਕੀ ਸਾਰੀਆਂ ਆਸਾਵਾਂ ਨੇ ਨਾ ਜਿਹੜੀਆਂ ਉਹ ਛੱਡ ਦੇਣੀਆਂ ਚਾਹੀਦੀਆਂ ਨੇ। ਕਹਿੰਦੇ ਨੇ ਇੱਕ ਵਾਰੀ ਨਾ ਦੋ ਜਾਣੇ ਜਾ ਰਹੇ ਸਨ, ਇੱਕ ਹਿੰਦੂ ਸੀ ਤੇ ਇੱਕ ਮੁਸਲਮਾਨ ਸੀ। ਇਹ ਜਦੋਂ ਜਾ ਰਹੇ ਸਨ ਤੇ ਅੱਗੋਂ ਦਰਿਆ ਆ ਗਿਆ, ਦਰਿਆ ਪਾਣੀ ਦਾ ਭਰਿਆ ਹੋਇਆ ਸੀ। ਮੁਸਲਮਾਨ ਆਖਣ ਲੱਗਾ ਮੈਂ ਤਾਂ ਆਪਦੇ ਖੁਦਾ ਨੂੰ ਯਾਦ ਕਰ ਲੈਣਾ ਤੇ ਉਹਨੇ ਮੈਨੂੰ ਪਾਰ ਕਰ ਦੇਣਾ ਹੈ। ਹਿੰਦੂ ਕਹਿੰਦਾ ਫਿਰ ਜੇ ਤੇਰਾ ਖੁਦਾ ਪਾਰ ਕਰ ਦੇਗਾ ਤੇ ਫਿਰ ਮੇਰਾ ਵੀ ਰਾਮ ਮੈਨੂੰ ਪਾਰ ਕਰ ਦੇਗਾ। ਇਹ ਦੋਵੇਂ ਕੰਢੇ ਤੇ ਖੜ ਕੇ ਤੇ ਆਪੋ ਆਪਣੇ ਰੱਬ ਨੂੰ ਯਾਦ ਕਰਨ ਲੱਗ ਗਏ ਨੇ। ਕਹਿੰਦੇ ਮੁਸਲਮਾਨ ਨੇ ਨਾ ਜਿਹੜਾ, ਉਹ ਇੱਕ ਮੁਸਲਮਾਨ ਇੱਕ ਖੁਦਾ ਨੂੰ ਮੰਨਦੇ ਨੇ, ਕਿਸੇ ਪਕੰਬਰ ਨੂੰ ਨਹੀਂ ਮੰਨਦੇ। ਪਕੰਬਰ ਦਾ ਉਪਦੇਸ਼ ਜੀਵਨ ਦੇ ਵਿੱਚ ਧਾਰਨ ਕਰਦੇ ਨੇ, ਪਕੰਬਰ ਦੇ ਅਨੁਸਾਰੀ ਜੀਵਨ ਨੂੰ ਜਿਉਂਦੇ ਨੇ, ਪਰ ਖੁਦਾ ਹੈ ਪਰਮਾਤਮਾ ਉਹਨੂੰ ਹੀ ਮੰਨਦੇ ਹਨ। ਉਹਨੇ ਆਪਣੇ ਖੁਦਾ ਨੂੰ ਅੱਲਾ ਨੂੰ ਯਾਦ ਕੀਤਾ ਤੇ ਪਾਰ ਹੋ ਗਿਆ। ਹੁਣ ਹਿੰਦੂ ਸੀ ਜਿਹੜਾ, ਇਹ ਡੁੱਬ ਗਿਆ। ਜਦੋਂ ਡੁੱਬ ਗਿਆ ਤੇ ਇਹਨੇ ਜਾ ਕੇ ਪਰਮਾਤਮਾ ਨੂੰ ਸ਼ਿਕਾਇਤ ਕੀਤੀ ਭਈ ਮੈਂ ਤੈਨੂੰ ਇਤਨਾ ਪਿਆਰ ਕਰਦਾ, ਤੈਨੂੰ ਮੈਂ ਯਾਦ ਕੀਤਾ ਤੇ ਤੂੰ ਫਿਰ ਵੀ ਮੈਨੂੰ ਡੋਬ ਦਿੱਤਾ ਹੈ। ਕਹਿੰਦੇ ਨੇ ਪਰਮਾਤਮਾ ਨੇ ਆਖਿਆ ਤੂੰ ਪਹਿਲੋਂ ਕ੍ਰਿਸ਼ਨ ਕ੍ਰਿਸ਼ਨ ਆਖੀ ਗਿਆ, ਮੈਂ ਜਦੋਂ ਕ੍ਰਿਸ਼ਨ ਦਾ ਰੂਪ ਧਾਰਨ ਕਰਕੇ ਤੈਨੂੰ ਬਚਾਉਣ ਵਾਸਤੇ ਆਇਆ, ਫਿਰ ਤੂੰ ਰਾਮ ਰਾਮ ਆਖਣ ਲੱਗ ਗਿਆ, ਫਿਰ ਮੈਨੂੰ ਰਾਮ ਦਾ ਰੂਪ ਧਾਰਨਾ ਪਿਆ। ਰਾਮ ਦਾ ਰੂਪ ਧਾਰਨ ਵਾਸਤੇ ਜਦੋਂ ਤੈਨੂੰ ਬਚਾਉਣ ਵਾਸਤੇ ਆ ਗਿਆ, ਫਿਰ ਤੂੰ ਕਾਲੀ ਮਾਂ ਆਖਣ ਲੱਗ ਗਿਆ ਤੇ ਫਿਰ ਮੈਂ ਕਾਲੀ। ਮੈਂ ਤਾਂ ਕਹਿੰਦਾ ਰੂਪ ਬਦਲਣ ਦੇ ਵਿੱਚ ਹੀ ਰਹਿ ਗਿਆ ਪਤੰਦਰਾ, ਤੂੰ ਇੰਨੇ ਮੇਰੇ ਰੂਪ ਨੇ ਜਿਹੜੇ ਉਹਨਾਂ ਨੂੰ ਬਦਲ ਬਦਲ ਕੇ ਚਿਤਾਰਦਾ ਰਿਹਾ ਤੇ ਮੈਨੂੰ ਤੂੰ ਬਚਾਉਣ ਦਾ ਸਮਾਂ ਹੀ ਨਹੀਂ ਦਿੱਤਾ। ਕਸੂਰ ਤਾਂ ਇਹਦੇ ਵਿੱਚ ਤੇਰਾ ਹੀ ਹੈ। ਸੋ ਇੱਥੇ ਭਗਤ ਨਾਮਦੇਵ ਜੀ ਵੀ ਕਹਿੰਦੇ ਨੇ ਬ੍ਰਾਹਮਣਾਂ ਨੂੰ ਵੀ ਕਿਤੇ ਤੁਸੀਂ ਵਿਸ਼ਨੂੰ ਦੀ ਪੂਜਾ ਕਰਦੇ ਹੋ, ਕਿਤੇ ਸ਼ਿਵ ਜੀ ਦੀ ਕਰੀ ਜਾਂਦੇ ਹੋ। ਇੱਕ ਘਰ ਦੇ ਵਿੱਚ ਜੇ 4 ਮੈਂਬਰ ਨੇ ਤੇ ਉਹਨਾਂ 4ਾਂ ਦੇ ਦੇਵਤੇ ਵੀ ਵੱਖੋ ਵੱਖਰੇ ਹੁੰਦੇ ਨੇ। ਇੱਕ ਦੇਵੀ ਨੂੰ ਮੰਨੀ ਜਾਏਗਾ, ਇੱਕ ਵਿਸ਼ਨੂੰ ਸ਼ਿਵ ਜੀ ਦੇਵਤੇ ਇਹਨਾਂ ਨੂੰ ਮੰਨੀ ਜਾਏਗਾ, ਕੋਈ ਕਿਸੇ ਨੂੰ ਮੰਨੀ ਜਾਂਦਾ ਹੈ। ਏਕਲ ਚਿੰਤਾ ਰਾਖ ਅਨੰਤਾ, ਇੱਕ ਜੋ ਅਨੰਤਾ ਅਕਾਲ ਪੁਰਖ ਵਾਹਿਗੁਰੂ ਹੈ ਉਹਨੂੰ ਹੀ ਸਾਨੂੰ ਚੇਤੇ ਦੇ ਵਿੱਚ ਰੱਖਣਾ ਚਾਹੀਦਾ, ਕਿਉਂਕਿ ਸਾਰਾ ਕੁਝ ਉਸੇ ਦਾ ਹੀ ਬਣਾਇਆ ਹੋਇਆ ਹੈ। ਓਮਕਾਰ ਬ੍ਰਹਮਾ ਉਤਪਤ ਓਮਕਾਰ ਕੀ ਅਜਨ ਚੇਤ। ਉਸ ਅਕਾਲ ਪੁਰਖ ਵਾਹਿਗੁਰੂ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਬਣਾਏ ਨੇ, ਫਿਰ ਅਸੀਂ ਉਹਨੂੰ ਹੀ ਯਾਦ ਕਰੀਏ ਨਾ। ਐਵੇਂ ਵਿਚਾਰੇ ਨੂੰ ਅਸੀਂ ਕਿਉਂ ਖੇਚਲਾ ਪਾਉਂਦੇ ਹਾਂ ਕਿਸੇ ਹੋਰ ਨੂੰ ਯਾਦ ਕਰਕੇ, ਤੇ ਉਹ ਪਰਮਾਤਮਾ ਫਿਰ ਸਾਡੀ ਰੱਖਿਆ ਕਰਨ ਵਾਸਤੇ ਰੂਪ ਬਦਲਦਾ ਰਹਿੰਦਾ ਹੈ। ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾ ਰੇ, ਬਾਕੀ ਸਾਰੀਆਂ ਆਸਾਵਾਂ ਨੇ ਜਿਹੜੀਆਂ ਉਹ ਛੱਡ ਕਰਕੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਆਸ ਰੱਖ ਕੇ ਤੇ ਉਸੇ ਨੂੰ ਹੀ ਚਿਤਾਰਨਾ ਹੈ ਜੀ। ਪ੍ਰਣਵੈ ਨਾਮ ਭੈ ਨਹਿ ਕਾਮਾ ਕੋ ਠਾਕੁਰ ਕੋ ਦਾਸਾਰੀ। ਹੁਣ ਭਗਤ ਨਾਮਦੇਵ ਜੀ ਕਹਿੰਦੇ ਨੇ ਪਰਨਵੈ ਨਾਮਾ। ਪਰਨਵੈ ਦਾ ਅਰਥ ਹੁੰਦਾ ਹੈ ਪਰਨ ਕਰ ਲਿਆ ਏ। ਪ੍ਰਣਵਤ ਪਰਨ ਦੇ ਵਿੱਚ ਪੱਕਾ ਰਹਿਣ ਵਾਲਾ, ਗੁਰਬਾਣੀ ਦੇ ਅੰਦਰ ਬਿਨਵੰਤ ਬੇਨਤੀ ਕਰਨ ਵਾਲਾ, ਅਰਦਾਸ ਕਰਨ ਵਾਲਾ, ਬੇਨਤੀਆ। ਪ੍ਰਣਵਤ ਪਰਨ ਦੇ ਵਿੱਚ ਪੱਕਾ ਰਹਿਣ ਵਾਲਾ, ਜਿਹਨੇ ਪਰਨ ਕਰ ਲਿਆ ਵੀ ਮੈਂ ਇਸ ਤੋਂ ਬਾਹਰ ਨਹੀਂ ਜਾਵਾਂਗਾ। ਪਰਨਵੇਂ ਨਾਮਾ ਪੈ ਨਹੀਂ ਕਾਮਾ। ਭਗਤ ਨਾਮਦੇਵ ਜੀ ਕਹਿੰਦੇ ਨੇ ਅਸੀਂ ਪਰਨ ਕਰ ਰੱਖੀਏ, ਜਦੋਂ ਤੋਂ ਇਸ ਪਾਸੇ ਤੁਰੇ ਆ ਪੈ ਨਹੀਂ ਕਾਮਾ, ਵੀ ਇੱਕ ਤਾਂ ਅੰਦਰ ਕਾਮਨਾ ਨਹੀਂ ਰੱਖਣੀ। ਉਹ ਠਾਕੁਰ ਕੋ ਦਾਸਾ ਰਹੇ, ਕੋਈ ਕਿਸੇ ਦਾ ਮਾਲਕ ਬਣਿਆ ਰਹੇ ਤੇ ਕੋਈ ਕਿਸੇ ਦਾ ਦਾਸ ਬਣਿਆ ਰਹੇ, ਸਾਨੂੰ ਕੋਈ ਤਕਲੀਫ ਨਹੀਂ, ਪਰ ਅਸੀਂ ਪਰਨ ਕੀਤਾ ਹੋਇਆ ਹੈ ਕਿ ਕਾਮਨਾ ਤੋਂ ਰਹਿਤ ਹੋ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਪਰਨਵੇਂ ਨਾਮਾ ਭੈ ਨਹੀਂ ਕਾਮਾ ਕੋ ਠਾਕੁਰ ਕੋਈ ਦਾਸਾ ਰੇ। ਭਗਤ ਨਾਮਦੇਵ ਜੀ ਕਹਿੰਦੇ ਨੇ ਸਾਨੂੰ ਕੋਈ ਤਕਲੀਫ ਨਹੀਂ, ਤੁਸੀਂ ਭਾਵੇਂ ਕਿਸੇ ਨੂੰ ਠਾਕਰ ਬਣਾਈ ਜਾਓਗੇ ਤੇ ਭਾਵੇਂ ਕਿਸੇ ਨੂੰ ਦਾਸ ਬਣਾਈ ਜਾਓ, ਸਾਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਸਾਡਾ ਜਿਹੜਾ ਪਰਨ ਹੈ ਨਾ ਉਹ ਤੁਹਾਡੇ ਆਖੇ ਲੱਗ ਕੇ ਅਸੀਂ ਨਹੀਂ ਤੋੜਾਂਗੇ।
ਸਾਡਾ ਇਹੀ ਪਰਨ ਹੈ ਕਿ ਅਸੀਂ ਕਾਮਨਾ ਤੋਂ ਰਹਿਤ ਹੋ ਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨੀ ਹੈ, ਉਸ ਦਾ ਸਿਮਰਨ ਕਰਨਾ ਹੈ। ਉਹੀ ਸਾਡੇ ਵਾਸਤੇ ਮਾਲਕ ਹੈ ਤੇ ਉਸ ਮਾਲਕ ਦੇ ਲੜ ਲੱਗ ਕੇ ਉਸੇ ਦੇ ਅਸੀਂ ਦਾਸ ਬਣ ਕੇ ਆਪਣਾ ਜੀਵਨ ਹੈ ਜਿਹੜਾ ਸਫਲ ਕਰਨਾ ਹੈ। ਇਸੇ ਤਰ੍ਹਾਂ ਸਾਨੂੰ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪੂਰਨ ਸ਼ਰਧਾ ਭਾਵਨਾ ਰੱਖਦੇ ਹੋਇਆਂ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜੋ ਧੰਨ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਗੁਰਮੰਤਰ ਦਿੱਤਾ, ਇਸ ਦਾ ਜਾਪ ਕਰਨਾ ਬਣਦਾ ਹੈ। ਇਸ ਦੇ ਨਾਲ ਹੀ ਰਾਗ ਮਾਲੀ ਗੌੜਾ